ਚੀਕਾਂ ਸੁਣੀਆਂ ਨਹੀਂ ਸੀ ਜਾਂਦੀਆਂ। ਉਹ ਮੰਮੀ ਫੜ ਲੈ ਸਲਵਾਰ ਲਾਹੂਗਾ, ਇਹ ਚੀਕਾਂ ਸਨ ਉਹਦੀਆਂ ਵਾਰਡ ਵਿੱਚ, ਜਿਹੜੀਆਂ ਮੈਨੂੰ ਕਈ ਰਾਤ ਤੱਕ ਉਹਨਾਂ ਨੇ ਸੌਣ ਨਹੀਂ ਦਿੱਤਾ। ਸ਼ਰਾਬੀ ਪਿਓ ਨੇ, ਉਹ ਰਾਜਪੁਰੇ ਦਾ ਸੀ ਕੇਸ, ਮੈਨੂੰ ਅਜੇ ਵੀ ਯਾਦ ਹੈ, 50 ਰੁਪਏ ਵਿੱਚ ਆਪਣੀ ਧੀ ਵੇਚ ਦਿੱਤੀ ਸੀ ਇੱਕ ਬੋਤਲ ਸ਼ਰਾਬ ਪਿੱਛੇ। ਕਈਆਂ ਨੇ ਬਲਾਤਕਾਰ ਕੀਤਾ ਤੇ ਅਖੀਰ ਨਿਰਵਸਤਰ ਕਰਕੇ ਉਹਨੂੰ ਸੁੱਟ ਦਿੱਤਾ ਸੀ ਸੜਕ ਕਿਨਾਰੇ ਟਰੱਕ ਡਰਾਈਵਰ ਨੇ। ਬਦਕਿਸਮਤੀ ਕਿ ਮੈਂ ਡਿਊਟੀ ਤੇ ਸਾਂ, ਨਵ ਜੰਮੀ ਬੱਚੀ ਨੂੰ ਗੈਸ ਉੱਤੇ ਭੁੰਨ ਕੇ ਲਿਆਇਆ ਗਿਆ ਸੀ। ਮੈਂ ਤਾਂ ਇੱਥੋਂ ਤੱਕ ਦਾ ਜ਼ੁਲਮ ਦੇਖਿਆ ਹੋਇਆ। ਮੇਰੇ ਲੰਘਦਿਆਂ ਪਿੰਡ 'ਚ ਫ੍ਰੀ ਕੈਂਪ ਲਾਉਣ ਜਾਂਦੇ ਸਾਂ ਤਾਂ ਮੈਂ ਦੇਖਿਆ ਪਿੰਡ ਦੇ ਬਾਹਰ ਨਵ ਜੰਮੀ ਬੱਚੀ ਨੂੰ ਕੁੱਤੇ ਪਾੜ ਰਹੇ ਸਨ। ਕਿ ਮੈਨੂੰ ਪਿੰਡ ਵਿੱਚ ਜਾ ਕੇ ਪਤਾ ਲੱਗਿਆ ਉਹ ਸਿਰਫ ਇਸ ਕਾਰਨ ਸੁੱਟੀ ਗਈ ਸੀ ਕਿ ਉਹ ਆਪਣੇ ਘਰ ਵਿੱਚ ਚੌਥੀ ਕੁੜੀ ਸੀ ਤੇ ਗਰੀਬ ਟੱਬਰ ਸੀ, ਤੇ ਪਿਓ ਨੇ ਕਹਿ ਦਿੱਤਾ ਸੀ ਕਿ ਜੇ ਘਰ ਵਿੱਚ ਹੁਣ ਚੌਥੀ ਕੁੜੀ ਹੋਈ ਤਾਂ 3 ਕੁੜੀਆਂ ਤੇ ਮਾਂ ਨੂੰ ਬਾਹਰ ਕੱਢ ਦੇਗਾ। ਨਿੱਕੀਆਂ ਬੱਚੀਆਂ ਦੇ ਬਲਾਤਕਾਰ ਹੋਏ ਹੋਣੇ, ਕਿਵੇਂ ਉਹਨਾਂ ਦਾ ਤਿਰਸਕਾਰ ਹੋਣਾ, ਉਹਨਾਂ ਦੀ ਸੁਣਵਾਈ ਨਾ ਹੋਣੀ। ਉਹਨਾਂ ਬੇਟੀਆਂ ਦੀ ਆਵਾਜ਼ ਚੁੱਕਦਿਆਂ ਕਿਤੇ ਨਾ ਕਿਤੇ ਕਿਸੇ ਸਿਆਸਤਦਾਨ ਨਾਲ ਵੀ ਖੈਬੜੀ ਜਦੋਂ ਪਤਾ ਲੱਗਿਆ ਕਿ ਉਸੇ ਦੇ ਪੁੱਤਰ ਨੇ ਇਹ ਕਾਰਾ ਕੀਤਾ ਸੀ। ਇੰਨੇ ਕੇਸ ਨੇ ਕਿ ਜਿਹੜੇ ਅੰਦਰ ਕਿਤੇ ਦੱਬੇ ਹੋਏ ਨੇ, ਉਹਨਾਂ ਨੂੰ ਜਦੋਂ ਅੱਤ ਹੋ ਜਾਏ, ਮੇਰੇ ਕੋਲ 2 ਹੀ ਰਾਹ ਨੇ, ਜਾਂ ਤਾਂ ਗੋਲੀ ਖਾ ਕੇ ਸੌਂ ਜਾਂ ਫਿਰ ਕਲਮ ਚੁੱਕ ਲਓ ਤੇ ਜਾਂ ਫਿਰ ਆਵਾਜ਼ ਚੁੱਕੋ। ਮੈਨੂੰ ਲੱਗਿਆ ਕਿ ਗੋਲੀਆਂ ਖਾ ਕੇ ਸੌਣ ਦਾ ਕੋਈ ਹੱਲ ਨਹੀਂ, ਬਿਹਤਰ ਹੈ ਕਿ ਮੈਂ ਉਹੀ ਜਿਵੇਂ ਆਪਾਂ ਹੁਣ ਗੱਲ ਕਰ ਰਹੇ ਸਾਂ, ਮੈਂ ਜਿਉਂਦੇ ਹੋਣ ਦਾ ਸਬੂਤ ਦਿਆਂ। ਮੈਂ ਕਲਮ ਵੀ ਚੁੱਕੀ, ਬਹੁਤ ਤਗੜਾ ਇਹਨਾਂ ਵਿਰੁੱਧ ਲਿਖਿਆ ਵੀ, ਤੇ ਫਿਰ ਆਵਾਜ਼ ਵੀ ਚੁੱਕੀ। ਜਦੋਂ ਇਸ ਤਰ੍ਹਾਂ ਦੇ ਕੋਈ ਕੇਸ ਦਾ ਮੈਂ ਜ਼ਿਕਰ ਕਰਦੀ ਹਾਂ, ਸੱਚ ਦੱਸਿਓ ਲਹੂ ਦੇ ਹੰਝੂ ਰੋਂਦੀ ਹਾਂ ਮੈਂ ਅੰਦਰੋਂ, ਮੈਂ ਦਿਲੋਂ ਚੀਕਦੀ ਹਾਂ ਕਿ ਮੈਂ ਇਹੋ ਜਿਹੇ ਇੱਕ ਨਹੀਂ ਅਨੇਕ ਕੇਸ ਦੇਖੇ ਨੇ। ਮੇਰੇ ਪਤੀ, ਅਸੀਂ ਪੁਲਿਸ 'ਚ ਇਨਫੋਰਮ ਜਦੋਂ ਕੀਤਾ, ਉਹ ਕਹਿੰਦੇ ਜੀ ਦਫਾ ਕਰੋ। ਇਹ ਸ਼ਬਦ ਸੀ, ਮੈਂ ਇਨ ਬਿਨ ਉਹ ਦੁਹਰਾ ਰਹੀ ਹਾਂ, ਦਫਾ ਕਰੋ ਜੀ ਇਹਨੂੰ, ਤੁਸੀਂ ਐਵੇਂ ਹੋਰ ਪੰਗੇ ਆਪਣੇ ਸਿਰ ਪਾ ਲਓਗੇ, ਇਹਨੂੰ ਕੱਢ ਦਿਓ, ਆਪਣੇ ਘਰ ਨਾਲ ਲਿਜਾਇਓ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ ਪ੍ਰੋਗਰਾਮ ਅਨਕਟ ਵਿੱਚ। ਅਨਕਟ ਪ੍ਰੋਗਰਾਮ ਦੇ ਵਿੱਚ ਜਿਵੇਂ ਅਸੀਂ ਹਰ ਵਾਰ ਕਿਸੇ ਨਵੀਂ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਵਾਉਂਦੇ ਹਾਂ, ਇਸ ਵਾਰ ਸਾਡੇ ਨਾਲ ਡਾਕਟਰ ਹਰਸ਼ਿੰਦਰ ਕੌਰ ਨੇ। ਜ਼ਿਆਦਾਤਰ ਲੋਕ ਇਹਨਾਂ ਨੂੰ ਇੱਕ ਵਧੀਆ ਬੁਲਾਰੇ ਦੇ ਤੌਰ 'ਤੇ, ਐਕਸਪਰਟ ਦੇ ਤੌਰ 'ਤੇ ਵੱਖ-ਵੱਖ ਤਰੀਕੇ ਦੀਆਂ ਗੱਲਾਂ ਬਾਤਾਂ ਕਰਦੇ ਨੇ। ਬਹੁਤ ਸੂਝਵਾਨ ਇੱਕ ਸ਼ਖਸੀਅਤ ਨੇ, ਪਰ ਸ਼ਾਇਦ ਕਿਸੇ ਨੇ ਉਹਨਾਂ ਨੂੰ ਪੀਡੀਆਟ੍ਰਿਕ ਜਿਹੜਾ ਹੈਗਾ ਇੱਕ ਬੱਚਿਆਂ ਦੇ ਡਾਕਟਰ ਦੇ ਤੌਰ 'ਤੇ ਉਹ ਨਹੀਂ ਜਾਣਿਆ ਹੋਣਾ। ਜਾਣਦੇ ਨੇ, ਕੁਝ ਕੁ ਲੋਕਾਂ ਨੂੰ ਪਤਾ ਹੈ ਕਿ ਉਹ ਬੱਚਿਆਂ ਦੇ ਡਾਕਟਰ ਨੇ, ਰਜਿੰਦਰਾ ਹਸਪੀਟਲ ਦੇ ਵਿੱਚ ਉਹ ਇਸ ਟਾਈਮ ਕੰਮਕਾਜ ਕਰ ਰਹੇ ਨੇ, ਪ੍ਰੋਫੈਸਰ ਨੇ। ਪਰ ਉਹਨਾਂ ਦੀ ਜ਼ਿੰਦਗੀ ਕਿਵੇਂ ਇੱਕ ਬੁਲਾਰੇ ਦੇ ਤੌਰ 'ਤੇ, ਕਿਵੇਂ ਜੰਤਰ ਮੰਤਰ ਤੋਂ, ਕਿਵੇਂ ਕਿਸਾਨੀ ਮੋਰਚਿਆਂ 'ਚੋਂ ਨਿਕਲਦੀ ਹੋਈ ਇੱਕ ਬੱਚਿਆਂ ਦੇ ਡਾਕਟਰ ਦੇ ਤੌਰ 'ਤੇ ਉਹ ਕੀ ਸ਼ਖਸੀਅਤ ਨੇ, ਮੇਰਾ ਮਨ ਕੀਤਾ ਉਹਨਾਂ ਨੂੰ ਜਾਣਨ ਦਾ। ਸੁਣਦੇ ਰਹਿੰਦੇ ਹਾਂ, ਗੱਲਾਂ ਬਾਤਾਂ ਉਹਨਾਂ ਦੀਆਂ ਬਹੁਤ ਵੈਲਿਊਏਬਲ ਹੁੰਦੀਆਂ। ਜੇ ਗੱਲ ਕਰੀਏ ਤਾਂ ਚਾਹੇ ਸੁੰਦਰਤਾ ਦਾ ਟੌਪਿਕ ਹੋਵੇ, ਚਾਹੇ ਸਿੰਘਾਂ ਦਾ ਟੌਪਿਕ ਹੋਵੇ, ਚਾਹੇ ਕੋਈ ਪੋਲੀਟੀਕਲ ਟੌਪਿਕ ਹੋਵੇ, ਬਹੁਤ ਹੀ ਸੂਝਵਾਨ ਅਤੇ ਬਹੁਤ ਤਰੀਕੇ ਦੇ ਨਾਲ ਉਹ ਗੱਲਬਾਤ ਕਰਦੇ ਆ। ਅੱਜ ਅਸੀਂ ਉਹਨਾਂ ਨੂੰ ਬਚਪਨ ਵੱਲ ਲੈ ਕੇ ਜਾਂਦੇ ਹਾਂ, ਉਹਨਾਂ ਦੇ ਬਚਪਨ ਵੱਲ ਲੈ ਕੇ ਜਾਂਦੇ ਹਾਂ, ਬੱਚਿਆਂ ਦੇ ਨਾਲ ਜੁੜੀ ਉਹਨਾਂ ਦੀ ਡਾਕਟਰੀ, ਉਹਦੇ ਬਾਰੇ ਗੱਲਬਾਤ ਕਰਦੇ ਹਾਂ। ਮੈਡਮ, ਤੁਹਾਡਾ ਸਵਾਗਤ ਹੈ। ਬਹੁਤ ਧੰਨਵਾਦ, ਤੇ ਤੁਹਾਡੇ ਰਾਹੀਂ ਜਿੰਨੇ ਵੀ ਸੁਣ ਵੇਖ ਸਕਦੇ ਨੇ ਸਭਨਾਂ ਨੂੰ ਨਿੱਘੀ ਫਤਿਹ ਜੀ। ਔਰ ਗੱਲ ਉੱਥੇ ਸ਼ੁਰੂ ਕਰਦੇ ਹਾਂ ਕਿ ਤੁਸੀਂ ਡਾਕਟਰਾਂ ਦੇ ਵਿੱਚੋਂ ਡਾਕਟਰ ਹੋ, ਉਹ ਵੀ ਬੱਚਿਆਂ ਦੇ ਡਾਕਟਰ, ਔਰ ਬੜਾ ਇਨੋਸੈਂਟ ਜਿਹਾ, ਬੜਾ ਮਲੂਕ ਜਿਹਾ ਇਹ ਵਿਸ਼ਾ ਹੈਗਾ, ਕਿਉਂਕਿ ਸਿੱਧਾ ਇਹ ਨਿੱਕੀਆਂ ਜਾਨਾਂ ਦੇ ਨਾਲ ਜਿਹੜਾ ਰਿਲੇਟ ਕਰਦਾ। ਕਿੱਥੇ ਇੱਕ ਹਾਰਡ ਕੋਰ ਚੀਜ਼ਾਂ 'ਤੇ ਤੁਸੀਂ ਆਪਣੇ ਐਕਸਪਰਟ ਵਿਊਜ਼ ਦਿੰਦੇ ਹੋ, ਕਿੱਥੇ ਇੱਕ ਡਾਕਟਰ ਦੇ ਤੌਰ 'ਤੇ। ਬਿਲਕੁਲ, ਅਸਲ 'ਚ ਬੜੀ ਮਜ਼ੇਦਾਰ ਗੱਲ ਦੱਸਦੀ ਹਾਂ ਮੈਂ। ਸ਼ਾਇਦ ਮੇਰੇ ਇਸ ਪੱਖ ਬਾਰੇ ਬਹੁਤਿਆਂ ਨੂੰ ਪਤਾ ਹੀ ਨਹੀਂ ਹੋਣਾ, ਕਿਉਂਕਿ ਮੈਂ ਅੱਜ ਤੱਕ ਕਦੇ ਉਹਦਾ ਜ਼ਿਕਰ ਹੀ ਨਹੀਂ ਕੀਤਾ। ਅਤੇ ਗੱਲ ਇਹ ਸੀ ਕਿ ਮੈਂ ਕਰਾਟੇ ਸਿੱਖਦੀ ਸੀ, ਅਤੇ ਉਹ ਜਦੋਂ ਇੱਟਾਂ ਨੂੰ ਤੋੜਨਾ ਹੁੰਦਾ ਸੀ, ਅਤੇ ਉਹ ਇੰਨਾ ਕੁ ਮੈਂ ਇੰਟਰਨਸ਼ਿਪ ਦੌਰਾਨ ਜਦੋਂ
ਆਪਣੀ MBBS ਕੀਤੀ ਸੀ ਉਸ ਤੋਂ ਬਾਅਦ, ਤੇ ਇੱਕ ਲਈ ਸੀ ਟ੍ਰੇਨਿੰਗ, ਤੇ ਉਹ ਸਖਤ ਇੰਨਾ ਕਰਖਤ ਜੇ ਹੱਥ ਹੋ ਜਾਂਦੇ ਆ, ਸਖਤ ਤੁਹਾਡੀ ਬੋਡੀ ਵੀ ਉੱਦਾਂ ਦੀ। ਤੇ ਮੈਂ ਸ਼ੌਕ ਸੀ ਕਿ ਨਿੱਕੇ ਬੱਚਿਆਂ 'ਚ ਮੈਨੂੰ ਬੜਾ ਮਜ਼ਾ ਆਉਂਦਾ ਸੀ ਕਿ ਵੱਡਿਆਂ ਨੂੰ ਠੀਕ ਵੀ ਕਰ ਦਿਓ ਨਾ ਤੇ ਮੂੰਹ ਇੱਦਾਂ ਹੀ ਰਹਿੰਦਾ, ਪਰ ਜਦੋਂ ਤੁਸੀਂ ਬੱਚੇ ਨੂੰ ਠੀਕ ਕਰੋ ਉਹਦੀ ਇੰਨੀ ਪਿਆਰੀ ਮੁਸਕਾਨ ਆਉਂਦੀ ਹੈ ਕਿ ਉਹ ਤੁਹਾਨੂੰ ਲੱਗਦਾ ਵੀ ਬਸ ਕਮਾਲ ਹੋ ਗਈ। ਸੋ ਉਹ ਸ਼ੌਕ ਸੀ। ਤੇ ਮੈਨੂੰ ਮੇਰੇ ਮਦਰ ਨੇ ਫਿਰ ਉਦੋਂ ਕਿਹਾ, ਨਰਿੰਦਰ ਕੌਰ ਜੀ ਸਨ, ਉਹਨਾਂ ਨੇ ਕਿਹਾ ਕਿ ਇੰਨੇ ਸਖਤ ਕੁਰਖਤ ਹੱਥ ਤੇ ਬੱਚੇ ਨੂੰ ਤਾਂ ਬਹੁਤ ਨਰਮ ਹੱਥ ਚਾਹੀਦੇ ਹੁੰਦੇ ਨੇ, ਸੋ ਤੂੰ ਇਹਨੂੰ ਡਿਲੇ ਕਰ, ਬਾਅਦ ਚ ਕਰੀ, ਪਹਿਲਾਂ ਇਹ ਸਿੱਖ। ਵਾਕਈ ਕਿਉਂਕਿ ਤੁਸੀਂ ਟੋਹ ਦੇ ਨਾਲ ਜੋ ਜਾਂ ਛੋਹ ਨਾਲ ਜੋ ਬੱਚੇ ਤੋਂ ਤੁਸੀਂ ਲੈ ਲੈਂਦੇ ਹੋ, ਉਹਦੀ ਜੋ ਉਹਦਾ ਕਹਿਣਾ ਆਪਣੇ ਆਪ ਸਮਝ ਜਾਂਦੇ ਹੋ, ਉਹ ਬਹੁਤ ਬੇਸ਼ਕੀਮਤੀ ਹੁੰਦਾ ਜੇ। ਸੋ ਉਹ ਮੇਰੇ ਟਰਨਓਵਰ ਪੁਆਇੰਟ ਸੀ ਕਿ ਇੱਕ ਬੱਚਿਆਂ ਦੇ ਵੱਲ ਉਸ ਤਰ੍ਹਾਂ ਸੁਹਿਰਦ ਹੋਣਾ, ਪਰ ਅੰਦਰ ਕਿਤੇ ਲੁਕਿਆ ਹੋਇਆ ਸੀ ਨਾ ਉਹ ਪਾਸਾ ਜੀ। ਸੋ ਉਹ ਉਸੇ ਤਰ੍ਹਾਂ ਇੱਕ ਜੂਝਣ ਦਾ ਕਿ ਜ਼ਿੰਦਗੀ ਵਿੱਚ ਮੈਨੂੰ ਲੱਗਦਾ ਮੈਂ ਜੋ ਕੁਛ ਵੀ ਬਣ ਸਕੀ, ਇੱਕ ਬਗਾਵਤ ਸੀ ਕਿ ਇੱਕ ਜੰਗ ਸੀ, ਕਿਉਂਕਿ ਡਾਕਟਰੀ ਵਿੱਚ ਉਹ ਕੁਛ ਦੇਖਣਾ ਪੈਂਦਾ ਜਿਹੜਾ ਸ਼ਾਇਦ ਮੀਡੀਆ ਦੇ ਨਜ਼ਰ ਹੀ ਨਹੀਂ ਆਉਂਦਾ। ਨਿੱਕੀਆਂ ਨਿੱਕੀਆਂ ਬੱਚੀਆਂ ਦੇ ਬਲਾਤਕਾਰ ਹੋਏ ਹੋਣੇ, ਕਿਵੇਂ ਉਹਨਾਂ ਦਾ ਤਿਰਸਕਾਰ ਹੋਣਾ, ਉਹਨਾਂ ਦੀ ਸੁਣਵਾਈ ਨਾ ਹੋਣੀ, ਉਹ ਕਿਤੇ ਨਾ ਕਿਤੇ ਅੰਦਰ ਦੱਬਿਆ ਕੁੱਟਿਆ ਸੀ, ਜਿਹਨੇ ਅਖੀਰ ਫਿਰ ਇੱਕ ਬਗਾਵਤੀ ਸੁਰ ਲਿਆ ਕਿ ਇਹਨਾਂ ਲਈ ਕੋਈ ਤਾਂ ਆਵਾਜ਼ ਚੁੱਕੇਗਾ। ਉਸ ਆਵਾਜ਼ ਚੁੱਕਣ ਨਾਲ ਸੱਚ ਜਾਣਿਓ ਜਿੰਨਾ ਕੁ ਮੈਂ ਸਿਆ ਆਪਣੀ ਜ਼ਿੰਦਗੀ 'ਚ, ਮੈਂ ਉਹਨੂੰ ਇਹ ਨਹੀਂ ਕਹਿਣਾ ਚਾਹੁੰਦੀ ਕਿ ਮੈਂ ਉਹ ਉੱਥੇ ਔਖੇ ਸਮਿਆਂ 'ਚੋਂ ਲੰਘੀ ਜਾਂ ਮੈਂ ਕਿਸੇ ਹੋਰ ਨੂੰ ਉਸ ਪਾਸੇ ਲਿਜਾਵਾਂ, ਪਰ ਉਹ ਹਰ ਔਕੜ ਇੱਕ ਤਰੀਕੇ ਮੈਨੂੰ ਸ਼ਾਇਦ ਤਗੜਾ ਕਰਕੇ ਗਈ। ਮੇਰੇ ਪਾਪਾ ਜੀ ਹਮੇਸ਼ਾ ਹੀ ਉਹ ਗੱਲ ਕਰਦੇ ਹੁੰਦੇ ਸਨ ਕਿ ਜਿਹੜਾ ਵੀ ਜਿਵੇਂ ਉਕਾਬ ਵੀ ਤਾਂ ਹੀ ਉਚਾਈ ਛੂਹ ਸਕਦਾ ਜੇ ਉਹ ਤੇਜ਼ ਹਵਾਵਾਂ ਦੇ ਵਿਰੁੱਧ ਲੜ ਕੇ ਫਿਰ ਖੰਭ ਉੱਚੇ ਉਡਾ ਲੈਂਦਾ ਜੀ। ਉਹੀ ਕੁਛ ਹੀ ਮੇਰਾ ਖਿਆਲ ਮੇਰੀ ਜ਼ਿੰਦਗੀ 'ਚ ਵੀ ਹੋਇਆ ਕਿ ਮੈਂ ਉਹਨਾਂ ਬੇਟੀਆਂ ਦੀ ਆਵਾਜ਼ ਚੁੱਕਦਿਆਂ ਕਿਤੇ ਨਾ ਕਿਤੇ ਕਿਸੇ ਸਿਆਸਤਦਾਨ ਨਾਲ ਵੀ ਖੈਬੜੀ, ਜਦੋਂ ਪਤਾ ਲੱਗਿਆ ਕਿ ਉਸੇ ਦੇ ਪੁੱਤਰ ਨੇ ਇਹ ਕਾਰਾ ਕੀਤਾ ਸੀ। ਮੈਨੂੰ ਨੌਕਰੀ 'ਚੋਂ ਸਸਪੈਂਡ ਵੀ ਕੀਤਾ ਗਿਆ, ਡਿਮੋਸ਼ਨਾਂ ਕਰੋ, ਯਾਨੀ ਬਹੁਤ ਕੁਛ ਮੈਂ ਉਸ ਪਾਸਿਓਂ ਮੈਂ, ਪਰ ਜੰਗ ਛੱਡੀ ਨਹੀਂ, ਮੈਂ ਲੜੀ ਸਾਂ ਉਸ ਦੇ ਵਿਰੁੱਧ ਕਿ ਤੁਸੀਂ ਕਰ ਲਓ, ਮੈਂ ਆਵਾਜ਼ ਚੁੱਕਣੀ ਹੈ, ਮੈਂ ਜਿਉਂਦੇ ਹੋਣ ਦਾ ਸਬੂਤ ਦੇਣਾ। ਕੋਈ ਆਵਾਜ਼ ਉਹਨਾਂ ਦੀ ਬਣੇ, ਉਹਨਾਂ ਬੇਟੀਆਂ ਦੀ ਜਿਹੜੀਆਂ ਇਸ ਤਰੀਕੇ ਲਗਾਤਾਰ ਸਹਿੰਦੀਆਂ ਮਰ ਜਾਂਦੀਆਂ ਨੇ, ਕਿਤੇ ਉਹਨਾਂ ਦੀ ਸੁਣਵਾਈ ਨਹੀਂ। ਬੜਾ ਸੈਂਸਿਟਿਵ ਜਿਹਾ ਤੁਸੀਂ ਜਿਹੜਾ ਇਸ਼ੂ ਹੈ ਉਹਨੂੰ ਛੇੜ ਬੈਠੇ ਹੋ, ਤੇ ਬਹੁਤ ਸਭ ਦੇ ਡੈਫੀਨੇਟਲੀ ਫੀਮੇਲਸ ਹੋਣ ਦੇ ਨਾਤੇ, ਔਰਤ ਹੋਣ ਦੇ ਨਾਤੇ ਸ਼ਾਇਦ ਉਹ ਮੇਰੇ ਵੀ ਕਾਫੀ ਕਰੀਬ ਹੋ ਸਕਦਾ ਹੈ। ਜਿੱਥੋਂ ਤੱਕ ਤੁਹਾਨੂੰ ਅਸੀਂ ਜਾਣਨ ਦੀ ਕੋਸ਼ਿਸ਼ ਕੀਤੀ ਹੈ ਜਾਂ ਸੁਣਿਆ, ਚੰਗੇ ਬੁਲਾਰੇ ਹੋਣ ਦੇ ਨਾਲ ਨਾਲ ਤੁਸੀਂ ਜਿਹੜਾ ਖਾਸ ਕਰਕੇ ਬੜਾ ਹੀ ਦਿਲ ਛੋਹਣ ਵਾਲਾ ਟੌਪਿਕ ਕੀਤਾ, ਇਹਦੇ 'ਚ ਸਭ ਤੋਂ ਔਖਾ ਟਾਈਮ ਜਾਂ ਸਭ ਤੋਂ ਔਖਾ ਕੇਸ ਇਸ ਤਰ੍ਹਾਂ ਜਿਹੜੇ ਰੇਪ ਵਿਕਟਿਮ ਸੀਗੀਆਂ ਜਾਂ ਕਿਵੇਂ ਕਿਵੇਂ ਦੇ ਸੀਗੇ, ਜਿੱਥੇ ਕਿ ਵਾਕਈ ਚੀਰ ਦੇਣ ਵਾਲੀ ਜਿਹੜੀ ਸੀਗੀ, ਅੰਦਰਾਂ ਜਿਹੜੀਆਂ ਚਿਰਦੀਆਂ ਹੋਣ ਜਿੱਥੇ? ਮੈਂ ਖਿਮਾ ਕਰਿਓ ਜੇ ਮੇਰਾ ਵਿੱਚ ਥੋੜ੍ਹਾ ਜਿਹਾ ਗਲਾ ਭਰ ਗਿਆ, ਕਿਉਂਕਿ ਉਹ ਸੀਨ ਚੇਤੇ ਆਉਂਦੇ ਸਰ ਮੇਰਾ ਦਿਲ ਬੜਾ ਕੰਬ ਜਿਹਾ ਜਾਂਦਾ। 8 ਵਰਿਆਂ ਦੀ ਬਾਲੜੀ ਸੀ, ਟਰੱਕ ਡਰਾਈਵਰ ਸੀ ਉਹਦਾ ਪਿਓ, ਉਹਦੀ ਖਬਰ ਵੀ ਉਦੋਂ ਛਪੀ ਸੀ। ਮੈਂ ਉਦੋਂ ਪੋਸਟ ਗ੍ਰੈਜੂਏਸ਼ਨ ਕਰਦੀ ਸਾਂ, MD ਬੱਚਿਆਂ ਦੀ ਸਪੈਸ਼ਲਿਸਟ ਬਣ ਰਹੀ ਸਾਂ, ਤੇ ਉਹਦੇ ਸ਼ਰਾਬੀ ਪਿਓ ਨੇ, ਉਹ ਰਾਜਪੁਰੇ ਦਾ ਸੀ ਕੇਸ, ਮੈਨੂੰ ਅਜੇ ਵੀ ਯਾਦ ਹੈ, 50 ਰੁਪਏ ਵਿੱਚ ਆਪਣੀ ਧੀ ਬੋਏ ਵੇਚ ਦਿੱਤੀ ਸੀ ਇੱਕ ਬੋਤਲ ਸ਼ਰਾਬ ਪਿੱਛੇ। ਉਸ ਬੇਟੀ ਦਾ ਖਬਰ ਵੀ ਉਦੋਂ ਖੈਰ ਇਸ ਦੀ ਲੱਗੀ ਸੀ ਕਿ ਕਈਆਂ ਨੇ ਬਲਾਤਕਾਰ ਕੀਤਾ ਤੇ ਅਖੀਰ ਨਿਰਵਸਤਰ ਕਰਕੇ ਉਹਨੂੰ ਸੁੱਟ ਦਿੱਤਾ ਸੀ ਸੜਕ ਕਿਨਾਰੇ, ਟਰੱਕ ਡਰਾਈਵਰ ਨੇ। ਤੇ ਉਹ ਚੁੱਕ ਕੇ ਸਾਡੇ ਕੋਲ ਜਦੋਂ ਲਿਆਂਦੀ ਗਈ ਸੀ, ਉਹ ਇੰਨੀ ਕੁ ਮਾੜੀ ਹਾਲਤ ਵਿੱਚ ਸੀ, ਉਹਦੀ ਨਜ਼ਰ ਜਾ ਚੁੱਕੀ ਸੀ, ਖੂਨ ਬਹੁਤ ਜ਼ਿਆਦਾ ਵਹਿ ਜਾਣ ਕਾਰਨ, ਤੇ ਕਈ ਸਰਜਰੀਆਂ ਉਹਦੀਆਂ ਬਾਅਦ ਵਿੱਚ ਹੋਈਆਂ ਸਨ। ਮੈਨੂੰ ਅੱਜ ਵੀ ਚੇਤੇ ਹੈ, ਜਦੋਂ ਹੀ ਵਾਰਡ ਦਾ ਦਰਵਾਜ਼ਾ ਖੋਲ੍ਹ ਕੇ ਰਾਊਂਡ ਲਈ ਅਸੀਂ ਨਿਕਲਣਾ ਕਿ ਸਾਡੇ ਸੀਨੀਅਰ ਨੇ ਆਉਣਾ ਚੈੱਕ ਕਰਨਾ, ਉਹਦੀਆਂ ਚੀਕਾਂ ਸੁਣੀਆਂ ਨਹੀਂ ਸੀ ਜਾਂਦੀਆਂ। ਉਹ ਮੰਮੀ ਫੜ ਲੈ ਸਲਵਾਰ ਲਾਹੂਗਾ, ਇਹ ਚੀਕਾਂ ਸਨ ਉਹਦੀਆਂ ਵਾਰਡ ਵਿੱਚ, ਜਿਹੜੀਆਂ ਮੈਨੂੰ ਕਈ ਰਾਤ ਤੱਕ ਉਹਨਾਂ ਨੇ ਸੌਣ ਨਹੀਂ ਦਿੱਤਾ।
ਮੈਂ ਆਉਣਾ ਆਪਣੀ ਮਾਂ ਦੀ ਗੋਦ ਵਿੱਚ ਸਿਰ ਰੱਖ ਕੇ ਰੋਣਾ, ਮੰਮੀ ਇਹ ਨਹੀਂ ਕੀਤੀ ਜਾਂਦੀ, ਡਾਕਟਰੀ ਬਹੁਤ ਔਖੀ ਹੈ, ਮੇਰੇ ਤੋਂ ਉਹਦੀ ਹਾਲਤ ਦੇਖੀ ਨਹੀਂ ਜਾਂਦੀ, ਉਹਦੀ ਕਿਤੇ ਸੁਣਵਾਈ ਨਹੀਂ ਹੋਈ, ਉਹਨੂੰ ਨਿਆਂ ਅਖੀਰ 'ਚ ਮਿਲਿਆ ਵੀ ਨਹੀਂ। ਪਰ ਉਸ ਇਹੋ ਜਿਹੀ ਤੁਸੀਂ ਮੇਰੇ ਤੋਂ ਇੱਕ ਨਹੀਂ, ਮੇਰੇ ਕੋਲ ਖਰੇ ਇਹੋ ਜਿਹਾ ਭੰਡਾਰ ਜੇ, ਇੰਨੇ ਕੇਸ ਨੇ ਕਿ ਜਿਹੜੇ ਅੰਦਰ ਕਿਤੇ ਦੱਬੇ ਹੋਏ ਨੇ, ਉਹਨਾਂ ਨੂੰ ਜਦੋਂ ਅੱਤ ਹੋ ਜਾਏ, ਮੇਰੇ ਕੋਲ ਦੋ ਹੀ ਰਾਹ ਨੇ, ਜਾਂ ਤਾਂ ਗੋਲੀ ਖਾ ਕੇ ਸੌਂ, ਜਾਂ ਫਿਰ ਕਲਮ ਚੁੱਕ ਲਓ, ਤੇ ਜਾਂ ਫਿਰ ਆਵਾਜ਼ ਚੁੱਕੋ। ਮੈਨੂੰ ਲੱਗਿਆ ਕਿ ਗੋਲੀਆਂ ਖਾ ਕੇ ਸੌਣ ਦਾ ਕੋਈ ਹੱਲ ਨਹੀਂ, ਬਿਹਤਰ ਹੈ ਕਿ ਮੈਂ ਉਹੀ ਜਿਵੇਂ ਆਪਾਂ ਹੁਣ ਗੱਲ ਕਰ ਰਹੇ ਸਾਂ, ਮੈਂ ਜਿਉਂਦੇ ਹੋਣ ਦਾ ਸਬੂਤ ਦਿਆਂ। ਮੈਂ ਕਲਮ ਵੀ ਚੁੱਕੀ, ਬਹੁਤ ਤਗੜਾ ਇਹਨਾਂ ਵਿਰੁੱਧ ਲਿਖਿਆ ਵੀ, ਤੇ ਫਿਰ ਆਵਾਜ਼ ਵੀ ਚੁੱਕੀ। ਜਦੋਂ ਇਸ ਤਰ੍ਹਾਂ ਦੇ ਕੋਈ ਕੇਸ ਦਾ ਮੈਂ ਜ਼ਿਕਰ ਕਰਦੀ ਹਾਂ, ਸੱਚ ਦੱਸਿਓ ਲਹੂ ਦੇ ਹੰਝੂ ਰੋਂਦੀ ਹਾਂ ਮੈਂ ਅੰਦਰੋਂ, ਮੈਂ ਦਿਲੋਂ ਚੀਕਦੀ ਹਾਂ ਕਿ ਮੈਂ ਇਹੋ ਜਿਹੇ ਇੱਕ ਨਹੀਂ ਅਨੇਕ ਕੇਸ ਦੇਖੇ ਨੇ ਜਿਨ੍ਹਾਂ 'ਚ ਕੁੜੀ ਹੋਣ ਦੀ ਸਜ਼ਾ ਇੱਥੋਂ ਤੱਕ ਮਿਲਦੀ ਏ। ਇਹ ਵੀ ਇੱਕ ਅੰਗਰੇਜ਼ੀ ਦੀ ਨੈਸ਼ਨਲ ਅਖਬਾਰ ਵਿੱਚ ਫਰੰਟ ਪੰਨੇ 'ਤੇ ਛਪੀ ਸੀ। ਉਦਣ ਵੀ ਬਦਕਿਸਮਤੀ ਕਿ ਮੈਂ ਡਿਊਟੀ 'ਤੇ ਸਾਂ, ਨਵ ਜੰਮੀ ਬੱਚੀ ਨੂੰ ਗੈਸ ਉੱਤੇ ਭੁੰਨ ਕੇ ਲਿਆਇਆ ਗਿਆ ਸੀ। ਉਹਦੀ ਮਾਂ ਹੀ ਉਹਨੂੰ ਚੁੱਕ ਕੇ ਦੌੜੀ ਆਈ ਸੀ ਹਸਪੀਟਲ, ਆਪ ਲਹੂ ਲੁਹਾਨ ਸੀ ਕਿਉਂਕਿ ਡਿਲੀਵਰੀ ਹੋ ਕੇ ਹਟੀ ਸੀ। ਸਕੇ ਪਿਓ ਨੇ ਤੇ ਦਾਈ ਨੇ ਸਿਰਫ ਇਸ ਕਾਰਨ ਕਿ ਉਹ ਕੁੜੀ ਏ, ਉਹਨੂੰ ਮਾਰਨ ਦਾ ਇਹ ਯਤਨ ਕੀਤਾ ਸੀ। ਯਾਨੀ ਇਹੋ ਜਿਹੀਆਂ ਗੱਲਾਂ ਨੇ ਜਿਹੜੀਆਂ ਸ਼ਾਇਦ ਮੀਡੀਆ ਦੀ ਇੱਕ ਨਿੱਕੀ ਜਿਹੀ ਸੁਰਖੀ ਕਈ ਵਾਰ ਬਣ ਕੇ ਖ਼ਤਮ ਹੋ ਜਾਂਦੀਆਂ। ਉਹ ਪੀੜ ਜਾਂ ਤਾਂ ਉਹ ਮਾਂ ਜਰ ਸਕਦੀ ਹੈ ਜਿਹਨੇ ਇਹ ਚੀਜ਼ ਦੇਖੀ ਹੋਏ, ਜਾਂ ਜਿਹੜਾ ਉਸ ਦਾ ਇਲਾਜ ਕਰ ਰਿਹਾ ਸਵੇਰੇ ਸ਼ਾਮ ਉਹਨੂੰ ਵੇਖਦਾ। ਕਿੰਨੀ ਕੁ ਤੁਸੀਂ ਦੇਖੋ ਅੰਦਾਜ਼ਾ ਕਿ ਉਹਦੀ ਪਿੱਠ ਦੀ ਰੀੜ੍ਹ ਦੀ ਹੱਡੀ ਬਾਹਰ ਸੀ, ਹੱਥ ਸੜੇ ਪਏ ਸਾਰੇ, ਇੰਨੀ ਔਖੀ ਉਸ ਨੂੰ ਬਚਾ ਕੇ ਅਸੀਂ ਮੇਰਾ ਖਿਆਲ ਹੈ 1.5 ਮਹੀਨਾ ਰੱਖਿਆ। ਤੁਹਾਨੂੰ ਉਸ ਡਾਕਟਰ ਨੂੰ ਵੀ ਲਗਾ ਹੋ ਜਾਂਦਾ ਕਿ ਇੱਕ ਨਿੱਕੀ ਜਿਹੀ ਫੁੱਲ ਵਰਗੀ ਸਵੇਰੇ ਸ਼ਾਮ ਤੁਸੀਂ 1.5 ਮਹੀਨਾ ਰੱਖਿਆ। ਜਦੋਂ ਛੁੱਟੀ ਕੀਤੀ ਉਹਨੂੰ, ਉਹ ਤਾਂ ਪਹਿਲਾਂ ਹੀ ਲੋੜੀਂਦੀ ਨਹੀਂ ਸੀ ਘਰ ਵਿੱਚ, ਪਰ ਮੈਨੂੰ ਪਤਾ ਬਹੁਤ ਦੇਰ ਬਾਅਦ ਲੱਗਿਆ, ਲਗਭਗ ਸ਼ਾਇਦ ਮੇਰਾ ਖਿਆਲ ਹੈ 5 ਵਰ੍ਹੇ ਬਾਅਦ ਪਤਾ ਲੱਗਿਆ ਕਿ ਉਹ ਫਿਰ ਵੀ ਉਹਦੇ ਪਿਓ ਨੇ ਗਲਾ ਘੁੱਟ ਕੇ ਮਾਰ ਹੀ ਦਿੱਤਾ ਸੀ ਉਹਨੂੰ। ਯਾਨੀ ਇਹਨਾਂ ਦੀਆਂ ਜੋ ਮਰ ਗਈਆਂ ਦੀ ਆਵਾਜ਼ ਕੌਣ ਬਣੇ। ਸੋ ਜਦੋਂ ਕਦੇ ਇਸ ਤਰ੍ਹਾਂ ਦਾ ਜ਼ੁਲਮ ਵੇਖਦੀ ਹਾਂ ਫਿਰ ਮੈਂ ਕੂਹ ਕੁੱਟਦੀ ਹਾਂ। ਫਿਰ ਮੈਂ ਜਦੋਂ ਤੁਸੀਂ ਦੇਖਦੇ ਹੋ ਕਿ ਮੈਂ ਬਹੁਤ ਥੋੜ੍ਹਾ ਤਲਖ ਜਾਂ ਸਖਤ ਆਵਾਜ਼ ਵਿੱਚ ਜਦੋਂ ਬੋਲਦੀ ਹਾਂ ਕਿਤੇ, ਤਾਂ ਮੇਰੇ ਅੰਦਰ ਇਹ ਦਰਦ ਲੁਕੇ ਹੁੰਦੇ ਨੇ ਜਿਹੜੇ ਮੈਂ ਫਿਰ ਉਜਾਗਰ। ਇਹੀ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ। ਆਮ ਤੌਰ 'ਤੇ ਮੈਂ ਕਈ ਵਾਰੀ ਇਹ ਚੀਜ਼ ਮਹਿਸੂਸ ਕੀਤੀ ਹੈ ਕਿ ਜੇ ਡਾਕਟਰ ਜਿਹੜੇ ਹੁੰਦੇ ਹੈ ਇਮੋਸ਼ਨਲ ਹੁੰਦੇ ਆ, ਡੈਫੀਨੇਟਲੀ ਹਰ ਇਨਸਾਨ ਬੀਇੰਗ ਮਨੁੱਖ ਹੋਣ ਦੇ ਨਾਤੇ ਅਸੀਂ ਇਮੋਸ਼ਨਲ ਹੈਗੇ ਹਾਂ, ਪਰ ਉਸ ਦੇ ਨਾਲ ਨਾਲ ਜੇ ਗੱਲ ਕਰੀਏ ਤਾਂ ਡਾਕਟਰ ਨੇ ਆਪਣੀ ਡਾਕਟਰੀ ਕਰਨੀ ਹੁੰਦੀ ਹੈ। ਜੇ ਉਹ ਕਹਿਣ ਵੀ ਮੈਂ ਹੱਥ ਨਹੀਂ ਲਾ ਸਕਦਾ, ਇੰਜੈਕਸ਼ਨ ਨਹੀਂ ਲਾ ਸਕਦਾ, ਫੱਟ ਨਹੀਂ ਦੇਖ ਸਕਦਾ, ਜਾਂ ਮੈਂ ਸੂਈ ਨਾਲ ਧਾਗਾ ਪਾ ਕੇ ਤੇ ਜ਼ਖਮਾਂ ਨੂੰ ਟਾਂਕੇ ਨਹੀਂ ਲਾ ਸਕਦਾ, ਤੇ ਉਹ ਡਾਕਟਰੀ ਦੇ ਪ੍ਰੋਫੈਸ਼ਨ ਦੇ ਨਾਲ ਬਿਲਕੁਲ ਵੀ ਜਿਹੜਾ ਉਹ ਜਸਟਿਸ ਨਹੀਂ ਕਰ ਰਿਹਾ। ਇੱਕ ਡਾਕਟਰ ਹੋਣ ਦੇ ਨਾਤੇ ਜਦੋਂ MBBS ਕਰਵਾਈ ਜਾਂਦੀ ਹੈ, ਇੱਕ ਸਿੰਪਲ ਜਿਹੜਾ MBBS ਹੈ, ਡੈਫੀਨੇਟਲੀ ਸਪੈਸ਼ਲਾਈਜੇਸ਼ਨ ਬਾਅਦ ਜਾਂਦੀ ਹੈ, ਪਰ ਜਿਹੜਾ MBBS ਹੈਗਾ ਉਹਦੇ ਵਿੱਚ ਤੁਹਾਨੂੰ ਡੱਡੂ ਕੱਟਣ ਤੋਂ ਲੈ ਕੇ ਖਰਗੋਸ਼ ਕੱਟਣ ਤੋਂ ਲੈ ਕੇ ਤੁਹਾਨੂੰ ਉਹਦੇ ਬਾਅਦ ਈਵਨ ਹਿਊਮਨ ਬੋਡੀ ਦਾ ਵੀ ਤੁਹਾਨੂੰ ਪੂਰਾ ਚੀਰ ਫਾੜ ਕਰਵਾ ਕੇ ਤੁਹਾਨੂੰ ਪੜ੍ਹਾਈ ਕਰਵਾਈ ਜਾਂਦੀ ਹੈ। ਉਹਦੇ ਬਾਅਦ ਇਹਨਾਂ ਸਾਰੀਆਂ ਚੀਜ਼ਾਂ ਦੇ ਬਾਅਦ ਤੁਸੀਂ ਡਾਕਟਰ ਬਣਦੇ ਹੋ, MD ਕੇਅਰ ਕਰਦੇ ਹੋ ਬੱਚਿਆਂ ਦੇ ਡਾਕਟਰ। ਤੇ ਉਹਦੇ ਬਾਅਦ ਅੱਜ ਮੈਂ ਹਰਸ਼ਿੰਦਰ ਕੌਰ ਦੀ ਅੱਖਾਂ 'ਚ ਇਸ ਤਰੀਕੇ ਦੇ ਆਂਸੂ ਦੇਖ ਰਹੀ ਹਾਂ, ਇੰਨੀ ਸੈਂਸਿਟਿਵ ਡਾਕਟਰ। ਇਹ ਤੁਹਾਡਾ ਬਿਲਕੁਲ ਹੀ ਵੱਖ ਪੱਖ ਹੈ, ਜਿੱਥੇ ਤੁਸੀਂ ਇੰਨੀ ਹਾਰਡ ਗੱਲਾਂ ਕਰਦੇ ਹੋ, ਜਿੱਥੇ ਤੁਸੀਂ ਇੰਨੀ ਬੁਲੰਦ ਆਵਾਜ਼ ਕਰਦੇ ਹੋ। ਕਿਹੜਾ ਵਿਸ਼ਾ ਨਹੀਂ ਹੈ ਜਿਸ 'ਤੇ ਤੁਸੀਂ ਗੱਲ ਨਹੀਂ ਕੀਤੀ, ਚਾਹੇ ਉਹ ਸਿਆਸੀ ਹੋਵੇ, ਚਾਹੇ ਉਹ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੋਵੇ, ਚਾਹੇ ਉਹ ਕੋਈ ਵੀ ਵਿਸ਼ਾ ਹੋਵੇ। ਇਹ ਕੌਣ ਹੈ? ਦਰਅਸਲ ਇਹ ਮਨੁੱਖੀ ਹੱਕਾਂ ਲਈ ਇੱਕ ਜੰਗ ਵਿੱਢਣ ਦੀ ਗੱਲ ਹੈ। ਜਦੋਂ ਕਹਿੰਦੇ ਨੇ ਨਾ ਕਿ ਕੁਝ ਸਿਰਾ ਹੀ ਟੱਪ ਜਾਂਦਾ ਕਿ ਹਾਂ ਹੁਣ ਬਸ ਆਖਰੀ ਹੋ ਗਈ ਗੱਲ, ਕਿਉਂਕਿ ਮੈਂ ਜ਼ਿਕਰ ਕਰ ਰਹੀ ਹਾਂ ਕਿ ਇੱਕ ਨਹੀਂ ਅਣਗਿਣਤ ਬੇਟੀਆਂ ਦੀਆਂ ਮੈਂ ਗੱਲਾਂ ਸੁਣੀਆਂ ਵੀ। ਬਿਲਕੁਲ ਤੁਸੀਂ ਸਹੀ ਕਹਿੰਦੇ ਹੋ, ਜਦੋਂ ਮੁਰਦੇ ਕੱਟਦੇ ਹਾਂ ਜਾਂ ਜਾਨਵਰ ਕੱਟਦੇ ਹਾਂ ਉਸ ਤਰ੍ਹਾਂ ਦੀ ਤੁਹਾਨੂੰ ਮਹਿਸੂਸ ਨਹੀਂ ਹੁੰਦਾ। ਆਦ ਸਾਨੂੰ ਪੱਕੇ ਬਣਾ ਦਿੱਤੇ ਜਾਂਦੇ ਨੇ, ਇੱਥੋਂ ਤੱਕ ਕਿ ਜਦੋਂ ਡਿਲੀਵਰੀਜ਼ ਕਰਨੀਆਂ ਉਹਨਾਂ ਦੀਆਂ, ਜਾਂ ਤੁਸੀਂ ਜਦੋਂ ਅਸੀਂ ਪੜ੍ਹਦੇ ਸਾਂ ਵਿੱਚ ਸਟਿਚਿੰਗ ਕਰਨੀਆਂ, ਇਹ ਨੋਰਮਲ ਜੀ ਤੁਹਾਨੂੰ ਲੱਗਣ ਲੱਗ ਜਾਂਦਾ, ਮਹਿਸੂਸ ਨਹੀਂ ਹੁੰਦਾ। ਪਰ ਜਦੋਂ ਕੋਈ ਜਿਉਂਦਾ ਜਾਗਦਾ ਬੱਚਾ ਚੀਕਦਾ ਜੇ, ਉਹ ਹਕੀਕਤ ਜਿਸ ਤਰੀਕੇ ਤੁਹਾਨੂੰ ਦਿਸਦੀ ਜੇ,
ਦੋ ਹੀ ਮੈਂ ਦੱਸਿਆ ਰਸਤੇ ਨੇ, ਜਾਂ ਤਾਂ ਦੜ ਵੱਟ ਲਓ, ਠੀਕ ਹੈ ਚੱਲਦਾ, ਜੋ ਕਿ ਬਹੁ ਗਿਣਤੀ, ਮੈਂ ਕਿਸੇ ਤੇ ਉਂਗਲ ਨਹੀਂ ਚੱਕ ਰਹੀ ਪਰ ਸਾਡੇ ਬਹੁ ਗਿਣਤੀ ਡਾਕਟਰ, ਉਹਨਾਂ ਨੂੰ ਲੱਗਦਾ ਸੌਖੀ ਜ਼ਿੰਦਗੀ, ਆਰਾਮ ਨਾਲ ਕਮਾਈ ਕਰੋ, ਆਪਣਾ ਬੈਠੋ, ਕਿਉਂ ਅਸੀਂ ਇੱਧਰ ਜਾ ਰਹੇ ਹਾਂ। ਪਰ ਕਿਤੇ ਨਾ ਕਿਤੇ ਸ਼ਾਇਦ ਕੁਛ ਕਚੋਟਦਾ ਹੈ ਕਿ ਇਹਦੀ ਆਵਾਜ਼ ਫਿਰ ਕੋਈ ਬਣ ਨਹੀਂ ਸਕਣਾ। ਇਸੇ ਲਈ ਇਸ ਪਾਸੇ ਨੂੰ ਮੈਂ ਤੁਰੀ। ਅਸਲ 'ਚ ਮੈਂ ਤਾਂ ਇੱਥੋਂ ਤੱਕ ਦਾ ਜ਼ੁਲਮ ਦੇਖਿਆ ਹੋਇਆ। ਮੇਰੇ ਲੰਘਦਿਆਂ ਪਿੰਡ 'ਚ ਫ੍ਰੀ ਕੈਂਪ ਲਾਉਣ ਜਾਂਦੇ ਸਾਂ ਤਾਂ ਮੈਂ ਦੇਖਿਆ ਪਿੰਡ ਦੇ ਬਾਹਰ ਨਵ ਜੰਮੀ ਬੱਚੀ ਨੂੰ ਕੁੱਤੇ ਪਾੜ ਰਹੇ ਸਨ। ਜਿਸ ਤਰੀਕੇ ਲਹੂ ਦੇ ਫੁਹਾਰੇ ਸਨ, ਜਿਸ ਤਰੀਕੇ ਉਹਨੂੰ ਚੀਰ ਫਾੜ ਕਰ ਦਿੱਤਾ ਗਿਆ ਸੀ ਕਿ ਕੁੱਤਾ ਇੰਝ ਲੰਘਿਆ, ਮੂੰਹ 'ਚ ਨਿੱਕਾ ਜਿਹਾ ਉਹਦਾ ਹੱਥ ਸੀ। ਮੈਂ ਤੁਹਾਨੂੰ ਡੂੰਘੀ ਗੱਲ ਦੱਸਣਾ ਚਾਹੁੰਦੀ ਹਾਂ ਕਿ ਮੈਨੂੰ ਪਿੰਡ ਵਿੱਚ ਜਾ ਕੇ ਪਤਾ ਲੱਗਿਆ ਉਹ ਸਿਰਫ ਇਸ ਕਾਰਨ ਸੁੱਟੀ ਗਈ ਸੀ ਕਿ ਉਹ ਆਪਣੇ ਘਰ ਵਿੱਚ ਚੌਥੀ ਕੁੜੀ ਸੀ ਅਤੇ ਗਰੀਬ ਟੱਬਰ ਸੀ, ਅਤੇ ਪਿਓ ਨੇ ਕਹਿ ਦਿੱਤਾ ਸੀ ਕਿ ਜੇ ਘਰ ਵਿੱਚ ਹੁਣ ਚੌਥੀ ਕੁੜੀ ਹੋਈ ਤਾਂ 3 ਕੁੜੀਆਂ ਅਤੇ ਮਾਂ ਨੂੰ ਬਾਹਰ ਕੱਢ ਦੇਵੇਗਾ। ਬਿੰਦੂ ਜੀ, ਮੈਂ ਆਪਣੇ ਘਰ 'ਚ ਚੌਥੀ ਕੁੜੀ ਹਾਂ। ਮੈਂ 5ਵਾਂ ਬੱਚਾ ਅਤੇ ਚੌਥੀ ਕੁੜੀ, ਯਾਨੀ ਆਖਰੀ ਸਭ ਤੋਂ ਛੋਟੀ। ਮੈਨੂੰ ਉਸ ਦਿਨ ਵੀ ਇਹੋ ਮਹਿਸੂਸ ਹੋਇਆ ਸੀ ਕਿ ਜੇ ਮੇਰੀ ਮਾਂ ਇਸ ਸਮਾਜ ਨਾਲ, ਜਾਂ ਮੇਰੇ ਪਾਪਾ ਜੀ ਉਦੋਂ ਲੜ ਸਕੇ ਸਨ ਇਸ ਸਮਾਜ ਨਾਲ ਇਹੋ ਜਿਹੇ ਹਾਲਾਤ ਵਿੱਚ, ਤਾਂ ਫਿਰ ਕਿਸੇ ਨੇ ਤਾਂ ਅੱਗੋਂ ਇਹਨਾਂ ਦੀ ਜ਼ਬਾਨ ਬਣਨਾ। ਸੋ ਮੈਂ ਤੁਹਾਨੂੰ ਯਕੀਨ ਤਾਂ ਨਹੀਂ ਹੋਣਾ, ਅਤੇ ਮੈਨੂੰ ਲਗਭਗ ਹੁਣ 29 ਵਰ੍ਹੇ ਹੋ ਚੁੱਕੇ ਨੇ ਉਹਨਾਂ ਬੇਟੀਆਂ ਲਈ ਜੰਗ ਵਿੱਢਦਿਆਂ ਕਿ ਇਹਨਾਂ ਨਵ ਜੰਮੀਆਂ ਨੂੰ ਜਾਂ ਅਣਜੰਮੀਆਂ ਨੂੰ ਨਾ ਮਾਰੋ। ਸੋ ਉਹ ਜੰਗ ਹੀ ਸੀ ਜਿਹਨੇ ਮੈਨੂੰ ਬਹੁਤ ਸਾਰੇ ਵੱਖੋ ਵੱਖਰੇ ਪਾਸਿਆਂ ਵੱਲ ਗਏ। ਇਹੋ ਜਿਹਾ ਕੇਸ ਵੀ ਸੀ ਜਿੱਥੇ ਦੇਖਿਆ ਸੀ ਕਿ ਬੇਟੀ ਜੰਮਣ ਪਿੱਛੇ ਪ੍ਰੈਸ ਲਾਈ ਹੋਈ ਸੀ ਉਹਦੇ ਸਰੀਰ ਦੇ ਪਿੱਛੇ। ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਬਾਹਰ ਸਾਨੂੰ ਲੇਡੀ ਮਿਲੀ ਸੀ, ਗੋਦ ਵਿੱਚ ਬੱਚੀ ਸੀ, ਉਹਨੂੰ ਈਵਨ ਬੰਨ੍ਹ ਕੇ ਚੁੰਨੀ ਨਾਲ ਉਹਨੂੰ ਜਿਵੇਂ ਫਾਂਸੀ ਦੇਣ ਦੀ ਕੋਸ਼ਿਸ਼ ਵੀ ਕੀਤੀ ਸੀ। ਇਹੋ ਜਿਹੇ ਹਾਲਾਤ ਵਿੱਚ ਮੈਂ ਸੀ, ਮੇਰੇ ਪਤੀ, ਅਸੀਂ ਪੁਲਿਸ 'ਚ ਇਨਫੋਰਮ ਜਦੋਂ ਕੀਤਾ, ਉਹ ਕਹਿੰਦੇ ਜੀ ਦਫਾ ਕਰੋ। ਇਹ ਸ਼ਬਦ ਸੀ, ਮੈਂ ਇਨ ਬਿਨ ਉਹ ਦੁਹਰਾ ਰਹੀ ਹਾਂ, ਦਫਾ ਕਰੋ ਜੀ ਇਹਨੂੰ, ਤੁਸੀਂ ਐਵੇਂ ਹੋਰ ਪੰਗੇ ਆਪਣੇ ਸਿਰ ਪਾ ਲਓਗੇ, ਇਹਨੂੰ ਕੱਢ ਦਿਓ, ਆਪਣੇ ਘਰ ਨਾਲ ਲਿਜਾਇਓ। ਉਹਨੂੰ ਮਾਪਿਆਂ ਨੇ ਨਹੀਂ ਰੱਖਿਆ, ਕਿਸੇ ਨੇ ਵੀ ਨਹੀਂ, ਪਰ ਮੈਂ ਉਹਨੂੰ ਲੈ ਕੇ ਆਈ ਸਾਂ ਘਰ ਆਪਣੇ ਕਿ ਇੱਦਾਂ ਕੋਈ ਤਾਂ ਕਿਸੇ ਦਾ ਆਪਾਂ ਸਹਾਰਾ ਬਣਨਾ ਹੀ ਹੈ ਨਾ। ਸੋ ਇਸ ਤਰ੍ਹਾਂ ਦੇ ਦੌਰ ਵਿੱਚੋਂ ਲੰਘਦਿਆਂ, ਜਿਵੇਂ ਮੈਂ ਦੱਸਿਆ, ਕਈ ਵਾਰ ਬਹੁਤ ਕਿਸੇ ਉੱਚੇ ਰੁਤਬੇ ਵਾਲੇ ਬੰਦੇ ਨਾਲ ਨੇ ਵੀ ਜਦੋਂ ਇਸ ਤਰ੍ਹਾਂ ਦਾ ਜ਼ੁਲਮ ਢਾਏ ਹੁੰਦੇ ਸਨ, ਉਹਨਾਂ ਦੇ ਵਿਰੁੱਧ ਵੀ ਆਵਾਜ਼ ਚੁੱਕੀ। ਪਤਾ ਸੀ ਕਿ ਇਹ ਸਾਨੂੰ ਨਹੀਂ ਜਰਨਗੇ, ਕਰਨਗੇ ਕੁਝ ਨਾ ਕੁਝ ਜ਼ਰੂਰ, ਪਰ ਇਹੋ ਜਿਹੀਆਂ ਚੀਜ਼ਾਂ ਮੈਨੂੰ ਲੱਗਦਾ ਤੁਹਾਨੂੰ ਜ਼ਿੰਦਗੀ ਵਿੱਚ ਸਗੋਂ ਤਗੜਾ ਕਰਦੀਆਂ ਨੇ। ਜੇ ਔਖਿਆਈਆਂ ਨਾ ਹੋਣ ਤਾਂ ਜ਼ਿੰਦਗੀ ਕਾਹਦੀ ਹੋਈ। ਵੱਖੋ ਵੱਖ ਰੰਗ ਨੇ, ਉਹਨਾਂ ਰੰਗਾਂ ਵਿੱਚੋਂ ਹੀ ਤਾਂ ਪਤਾ ਲੱਗਦਾ ਹੈ ਫਿਰ ਕੌਣ ਤੁਹਾਡਾ ਆਪਣਾ ਹੈ, ਕੌਣ ਨਹੀਂ। ਜੀ, ਤੁਹਾਡੇ ਬੈਕਗਰਾਊਂਡ ਦੇ ਵਿੱਚ ਬਹੁਤ ਕੁਝ ਹੈ। ਤੁਹਾਡੇ ਬੈਕਗਰਾਊਂਡ 'ਚ ਕਿਤੇ ਦਲੀਪ ਕੌਰ ਟਿਵਾਣਾ ਦੇ ਨਾਲ ਵੀ ਕਿਤੇ ਨਾ ਕਿਤੇ ਜਿਹੜੀ ਹੈ ਉਹ ਤੰਦ ਜੁੜਦੀ ਹੈ, ਕਿਤੇ ਨਾ ਕਿਤੇ ਹੋਰ ਵੀ ਕਈ ਜਿਹੜੇ ਚੰਗੇ ਵੱਡੇ ਵੱਡੇ ਨਾਮ ਨੇ ਉਹ ਜੁੜਦੇ ਨੇ। ਕਲਮ ਵੀ ਜੁੜਦੀ ਹੈ, ਤੁਹਾਡੀ ਕਲਮ ਵੀ ਜੁੜਦੀ ਹੈ। ਕਲਮ ਦੇ ਵਿੱਚ ਤੁਸੀਂ ਤੁਹਾਡੀ ਪਹਿਲੇ ਜਿਹੜੀ ਦੂਜੀ ਬੋਲੀ ਸੀਗੀ, ਕਹਿ ਸਕਦੇ ਹੋ ਉਹਨੂੰ ਮੈਂ ਦੂਜੀ ਕਹਾਂਗੀ, ਕਿਉਂਕਿ ਸਾਡੀ ਪਹਿਲੀ ਬੋਲੀ ਤਾਂ ਮਾਂ ਬੋਲੀ ਪੰਜਾਬੀ ਹੈ। ਤੁਸੀਂ ਪਹਿਲੇ ਦੂਜੀ ਬੋਲੀ ਦੇ ਨਾਲ ਜਿਹੜਾ ਆਪਣਾ ਵਾਬਸਤਾ ਹੋਏ, ਉਹਦੇ ਨਾਲ ਰੂਬਰੂ ਹੋਏ, ਵਾਬਸਤਾ ਹੋਏ, ਅਤੇ ਅੰਗਰੇਜ਼ੀ ਨੂੰ ਪਹਿਲੇ ਅਪਣਾਇਆ ਤੁਸੀਂ। ਉਹ ਕਿਵੇਂ ਟਵਿਸਟ ਆਉਂਦਾ ਜ਼ਿੰਦਗੀ ਦੇ ਵਿੱਚ ਤੁਹਾਡੇ? ਉਹ ਵੀ ਕਮਾਲ ਦੀ ਗੱਲ ਹੀ ਸੀ। ਅਸਲ 'ਚ ਸੱਚ ਦੱਸਾਂ, ਪੰਜਾਬੀ ਜ਼ਬਾਨ ਦੀ ਬੇਕਦਰੀ ਬਹੁਤ ਹੈ। ਪੰਜਾਬੀ ਜ਼ਬਾਨ ਬੋਲਣ ਵਾਲਿਆਂ ਦੀ ਜਿਸ ਤਰੀਕੇ ਉਹਨਾਂ ਨੂੰ ਤਿਰਸਕਾਰ ਦਾ ਸਾਹਮਣਾ ਕਰਨਾ ਪੈਂਦਾ, ਮੈਂ ਛੋਟੇ ਹੁੰਦਿਆਂ ਤੋਂ ਦੇਖਿਆ ਸੀ। ਜਿੱਥੇ ਬਲਵੰਤ ਗਾਰਗੀ ਜੀ, ਸ਼ਾਇਦ ਮਤਲਬ ਉਹ ਵੱਡੇ ਵੱਡੇ ਸਾਰੇ ਨਾਮ ਜਿਹੜੇ ਤੁਸੀਂ ਲੈ ਸਕਦੇ ਹੋ, ਸ਼ਿਵ ਕੁਮਾਰ ਬਟਾਲਵੀ ਜੀ ਦੀ ਮੈਂ ਗੋਦ ਚੜ੍ਹ ਕੇ ਘੁੰਮਦੀ ਰਹੀ ਹਾਂ, ਯਾਨੀ ਛੋਟੀ ਜਿਹੀ ਸੀ ਬਿਲਕੁਲ ਹੀ। ਸੋ ਇਹ ਸਾਰਿਆਂ ਦਾ ਜਿਵੇਂ ਇੱਥੇ ਆ ਕੇ ਮਿਲਣਾ, ਪ੍ਰਿੰਸੀਪਲ ਗੁਰਭਗਤ ਸਿੰਘ ਜੀ ਆ, ਸਾਰੇ ਹੀ ਹੁੰਦੇ ਸਨ ਪਾਪਾ ਜੀ ਦੇ ਨਾਲ, ਅਤੇ ਮੈਂ ਐਡੀ ਜੀ ਬੈਠੀ ਉਹਨਾਂ ਦੇ ਕੋਨੇ 'ਤੇ, ਜਿਵੇਂ ਉਹਨਾਂ ਦੇ ਸਾਰੀ ਮਹਿਫਿਲ ਚੱਲਣੀ ਗੱਲਾਂ ਦੀ ਆਪਣੀ, ਅਤੇ ਮੇਰੀ ਨਿੱਕੀ ਜੀ ਦੇ ਬਣਦੇ ਦਿਮਾਗ ਵਿੱਚ ਖਰੇ ਕਦੇ ਕੋਈ ਪੁੱਠ-ਵਾਰੀ ਸ਼ਬਦ ਕੋਈ ਕਿੱਥੋਂ ਵੜ ਕੇ ਉਹ ਕਿਤੇ ਬਹਿ ਗਿਆ ਸੀ ਡੂੰਘਾ। ਪਰ ਮੈਂ ਪੰਜਾਬੀ ਜ਼ਬਾਨ ਵੱਲ ਬਿਲਕੁਲ ਨਹੀਂ ਸੀ ਖਿੱਚੀ ਕਿ ਨਹੀਂ ਮੈਂ ਤਾਂ ਡਾਕਟਰੀ ਕਰਨੀ ਹੈ, ਇੱਥੇ ਤਾਂ ਬਹੁਤ ਔਖੀ ਰੋਟੀ ਦਾ ਜੁਗਾੜ ਹੁੰਦਾ, ਕੁਝ ਨਹੀਂ। ਇੱਕ ਵਾਰ ਮੈਂ ਹੌਸਪੀਟਲ ਤੋਂ ਵਾਪਸ ਮੁੜੀ ਜਦੋਂ ਪੜ੍ਹਦੀ ਸਾਂ, ਅਤੇ ਪਾਪਾ ਜੀ ਦੀ ਇੰਟਰਵਿਊ ਲੈਣ ਲਈ
ਬੈਠੇ ਸਨ ਅੰਗਰੇਜ਼ੀ ਦੇ ਅਖਬਾਰ ਦੇ ਪੱਤਰਕਾਰ, ਤੇ ਉਹ ਕਹਿਣ ਲੱਗੇ ਵੀ ਤੁਸੀਂ ਤਾਂ ਆਪ ਬਾਬਾ ਬੋੜ ਕਹਾਏ ਜਾਂਦੇ ਹੋ ਤੇ ਐਡੇ ਐਡੇ ਬੋੜ ਪੈਦਾ ਕਰ ਦਿੱਤੇ ਤੁਸੀਂ, ਤੇ ਤੁਹਾਡੇ ਅੱਗੋਂ ਟੱਬਰ ਤਾਂ ਸਾਰਾ ਖਾਲੀ ਕੋਈ ਵੀ ਨਹੀਂ ਹੈ, ਤੇ ਅੱਗੇ ਸਫਾਇਆ ਹੀ ਹੈ ਵੀ ਸੱਚ ਕਹਿੰਦੇ ਨੇ ਬੋੜ ਥੱਲੇ ਤਾਂ ਕੋਈ ਬੋੜ ਉੱਗ ਹੀ ਨਹੀਂ ਸਕਦਾ ਜੀ। ਤੇ ਹੁਣ ਜਿਵੇਂ ਦਾ ਪੰਜਾਬੀ ਹੁੰਦੇ ਨੇ ਤੇ ਮੈਨੂੰ ਖੂਨ ਬੜਕ ਮਰ ਗਿਆ। ਹਾਂ ਬਸ ਫਿਰ ਉਹ ਚਾਹ ਦੀ ਡਿਊਟੀ ਸੀ ਮੇਰੀ, ਮੈਂ ਜਦੋਂ ਉਹਨਾਂ ਦੇ ਅੱਗੇ ਰੱਖੀ ਮੈਂ ਜੀ ਵੈਸੇ ਇਹੋ ਜਿਹੀ ਤਾਂ ਗੱਲ ਕੋਈ ਨਹੀਂ, ਤੁਸੀਂ ਕਹਿ ਤਾਂ ਦਿੱਤਾ, ਇਹਦੇ ਚ ਕੀ ਔਖਾ ਹੈ ਲਿਖਣਾ, ਵੀ ਮੈਂ ਤਾਂ ਲਿਖ ਸਕਦੀ ਹਾਂ। ਸ਼ਾਇਦ ਪਾਪਾ ਜੀ ਕਿਤੇ ਉਡੀਕ ਹੀ ਕਰ ਰਹੇ ਹੋਣਗੇ ਵੀ ਇਹ ਬੋਲੇ। ਹਾਂ ਹਾਂ ਕਹਿੰਦੇ ਕੀ ਲਿਖ ਸਕਦੀ ਹੈ? ਮੈਂ ਕਿਹਾ ਲੈ ਇਹਦੇ 'ਚ ਕੀ ਆ, ਮੈਂ ਬੱਚਿਆਂ ਦੀ ਡਾਕਟਰ ਹਾਂ, ਮੈਂ ਬੱਚਿਆਂ ਦੇ ਬਾਰੇ ਜੋ ਮਰਜ਼ੀ, ਇਹਦੇ 'ਚ ਕੀ ਪੰਜਾਬੀ ਵੀ ਲਿਖਣੀ ਕੋਈ ਔਖੀ ਹੈ? ਤਾਂ ਕੁਛ ਗੱਲ ਹੀ ਨਹੀਂ ਹੈ। ਅੱਛਾ ਫਿਰ ਕਦੋਂ ਤੋਂ ਲਿਖੇਂਗੀ? ਇੰਟਰਵਿਊ ਉਹਨਾਂ ਦੀ ਹੋ ਰਹੀ, ਮੈਨੂੰ ਕਹਿ ਰਹੇ ਨੇ ਕਦੋਂ ਤੋਂ ਲਿਖੇਂਗੀ? ਮੈਂ ਕਿਹਾ ਜੀ ਲੈ ਕੱਲ੍ਹ ਹੀ, ਇਹਦੇ 'ਚ ਕੀ ਔਖਾ? ਉਹ ਗੱਲ ਮੈਂ ਤੇ ਆਈ ਗਈ, ਸ਼ਾਇਦ ਨਿਬੇੜ ਦਿੱਤੀ ਵੀ ਉਹ ਟਾਈਮ ਲਗਾਉਣਾ ਸੀ, ਪਰ ਮੈਨੂੰ ਪਤਾ ਨਹੀਂ ਸੀ ਵੀ ਹੁਣ ਮੈਂ ਆਪਣੇ ਗਲੇ ਆਪ ਹੀ ਸੰਗਲ ਪਾ ਲਿਆ, ਕਿਉਂਕਿ ਅਗਲੇ ਦਿਨ ਉਹਨਾਂ ਨੇ ਕਿਹਾ ਹਾਂ ਦੱਸ ਫਿਰ ਕੀ ਲਿਖਿਆ? ਜੀ ਮੇਰੇ ਕੋਲ ਕਿੱਥੇ ਅਜੇ ਵਕਤ ਪਿਆ, ਡਾਕਟਰੀ ਵਿੱਚ ਕੋਈ ਵਕਤ ਨਹੀਂ। ਪਰ ਖੈਰ ਉਹ ਲਗਾਤਾਰ ਕਹਿਣ ਨਾਲ ਮੈਨੂੰ ਲੱਗਿਆ ਵੀ ਸਵੇਰੇ ਵੀ ਸ਼ਾਮ ਵੀ ਲਿਖਣਾ ਚਾਹੀਦਾ। ਹਾਂ ਸ਼ੁਰੂ ਕੀਤਾ, ਤੇ ਜਦੋਂ ਮੈਂ ਪਹਿਲੀ ਵਾਰ ਲਿਖ ਕੇ ਲੈ ਕੇ ਗਈ, ਉਹਨਾਂ ਨੇ ਜਿਸ ਤਰੀਕੇ ਮੇਰੇ 2-3 ਪੰਨੇ ਇੰਝ ਦੇਖ ਕੇ ਤੇ ਇੰਝ ਸੁੱਟ ਦਿੱਤੇ। ਮੈਂ ਉਹਨਾਂ ਨੂੰ ਕਿਹਾ ਜੀ ਕਿ ਇਹ ਪੜ੍ਹਿਆ ਤਾਂ ਹੈ ਹੀ ਨਹੀਂ। ਕਹਿੰਦੇ ਇਹ ਲਿਖਤ ਏਦਾਂ ਜਿਵੇਂ ਮੱਝ ਚਿੱਕੜ 'ਚ ਪਲਸੇਟੇ ਲੈਂਦੀ ਹੋਵੇ। ਤੁਸੀਂ ਸਮਝ ਸਕਦੇ ਹੋ ਕਿੰਨੀ ਕੁ ਕਿਸੇ ਦੀ ਹਿੰਮਤ ਪਸਤ ਹੋਏਗੀ ਕਿ ਮੈਂ ਡਾਕਟਰੀ 'ਚ ਐਡੀ 30 ਮਾਰਿਆ ਬਣੀ ਹੋਈ, ਤੁਸੀਂ ਮੇਰੇ ਇੰਝ ਸੁੱਟ ਤੇ ਦੁਬਾਰਾ ਲਿਖਦੀ ਹਾਂ। ਸ਼ਾਇਦ ਅੱਜ ਲੱਗੇ ਕਿਸੇ ਨੂੰ ਬਹੁਤ ਸੌਖਾ ਹੈ, ਪਰ ਮੈਂ ਸ਼ਾਇਦ ਕਿੰਨੇ ਹੀ ਮਹੀਨੇ ਕਰੇ ਉਹਦੇ ਤੇ ਲਿਖ ਲਿਖ ਕੇ ਜਦੋਂ ਫਾਈਨਲ ਕੀਤਾ, ਕਹਿੰਦੇ ਹੁਣ ਨਾ ਤੂੰ ਆਪਣੀ ਇਸ ਨੂੰ ਬੇਟੀ ਨੂੰ ਪੜ੍ਹਾਈ ਕਦੇ ਆਪਣੀ ਜਿਹੜੀ ਕਹਾਣੀ ਲਿਖੀ ਹੈ, ਤੇ ਜੇ ਉਹਨੂੰ ਲੱਗੇ ਵੀ ਹਾਂ ਬਹੁਤ ਇੰਟਰਸਟਿੰਗ ਉਹ ਛੋਟੀ ਜੀ ਨੂੰ, ਤੇ ਫਿਰ ਉਹ ਠੀਕ ਹੈ, ਫਿਰ ਤੇਰੀ ਫਾਈਨਲ ਹੋ ਗਈ। ਨਹੀਂ ਤਾਂ ਲਾਲ ਰੰਗ ਲੈ ਲੈ, ਤੂੰ ਪੈਨ ਨਾਲ ਅੰਡਰਲਾਈਨ ਕਰ ਦੇਵੀਂ, ਜਿੱਥੇ ਨਹੀਂ ਉਹ ਧਿਆਨ ਦੇ ਰਹੀ ਦਾ ਮਤਲਬ ਹੈ ਕਿ ਇਹ ਲਾਈਨ ਬਦਲਣ ਦੀ ਗੱਲ। ਤੁਸੀਂ ਕੀ ਸੀ ਪਹਿਲੀ ਕਹਾਣੀ ਤੁਹਾਡੀ? ਕੀ ਸੀ ਪਹਿਲੀ ਪੋਇਟਰੀ? ਕਹਾਣੀ ਸੀ ਕਿ ਜਦੋਂ ਜਿਗਰ ਬੋਲਿਆ, ਮੈਂ ਜਿਗਰ ਨੂੰ ਇੱਕ ਯਾਨੀ ਇੰਝ ਬਣਾਇਆ ਸੀ ਕਿ ਉਹ ਗੱਲਾਂ ਕਰ ਰਿਹਾ ਬੱਚੇ ਨਾਲ। ਉਹ ਹੋ ਤੂੰ ਇਹ ਖਾਇਆ, ਇਹ ਤਾਂ ਮੈਨੂੰ ਉਹੀ ਤੰਗ ਕਰ ਰਿਹਾ ਇੱਧਰ, ਯਾਨੀ ਇੱਦਾਂ ਦੀ ਮੈਂ ਆਪਣੇ ਵੱਲੋਂ ਤਾਂ ਉਹਨੂੰ ਕੁਛ ਵਿੱਚ ਸ਼ਬਦ ਇੰਨੇ ਔਖੇ ਸੀ ਕਿ ਬੇਟੀ ਕਦੇ ਇੱਧਰ ਸਿਰ ਘੁਮਾਏ ਕਦੇ ਇੱਧਰ। ਸੱਚੀ ਦੱਸਾਂ ਮੈਂ ਮਾਰਿਆ ਤਾਂ ਯਾਰ ਉਧਰ ਦਿਲ ਕਰੇ ਥੱਪੜ ਮਾਰੋ, ਸਿਰ ਕਿਉਂ ਲਾ ਰਹੀ ਹੈ, ਅੱਧੀ ਕਹਾਣੀ ਲਾਲ ਹੋ ਗਈ। ਪਰ ਉਹ ਹੌਲੀ ਹੌਲੀ ਜਿਵੇਂ ਸੁਨਾਰ ਦੀ ਠੁਕ ਠੁਕ ਹੁੰਦੀ ਜੇ ਨਾ ਜੀ, ਲੋਹਾਰ ਦੀ ਤਾਂ ਇੱਕੋ ਵਾਰ ਵੱਜਣੀ ਹੈ, ਇੱਕ ਹੀ ਚੋਟ ਹੁੰਦੀ। ਉਹ ਜਿਹੜੀ ਸੀ ਉਹਨੇ ਪਹਿਲੀ ਵਾਰ ਜਦੋਂ ਫਿਰ ਮੈਂ ਲਿਖੀ, ਉਹ ਜਿਸ ਤੇ ਉਹਨੇ ਪੂਰੇ ਧਿਆਨ ਨਾਲ ਸੁਣ ਕੇ ਮੈਨੂੰ ਰਿਸਪੌਂਸ ਵੀ ਦਿੱਤਾ, ਲੱਗਿਆ ਵੀ ਬਹੁਤ ਵਧੀਆ ਹੋ ਗਿਆ। ਸੋ ਇਹ ਔਖਾ ਹੁੰਦਾ ਜੇ ਜਦੋਂ ਸ਼ੁਰੂਆਤੀ ਦੌਰ। ਫਿਰ ਉਸ ਤੋਂ ਬਾਅਦ 2 ਸਾਲ ਬਾਅਦ ਖਰੇ ਉਹ ਪਹਿਲੀ ਕਹਾਣੀ ਛਪੀ, ਮੈਨੂੰ ਇੰਝ ਲੱਗਿਆ ਜਿਵੇਂ ਮੈਨੂੰ ਨਾ ਇਸ ਤੋਂ ਉੱਚਾ ਕੋਈ ਅਵਾਰਡ ਨਹੀਂ ਹੋ ਸਕਦਾ ਕਿ ਬਿਨਾਂ ਸਿਫਾਰਿਸ਼ ਦੇ ਮੇਰੀ ਅਖਬਾਰ ਦੇ ਵਿੱਚ ਇੱਕ ਕਹਾਣੀ ਛਪ ਗਈ। ਸੋ ਇੱਦਾਂ ਦਾ ਉਹ ਸਫ਼ਰ ਸੀ ਜਿਹੜਾ ਫਿਰ ਪਾਪਾ ਜੀ ਨੇ ਰੋਜ਼ ਕਹਿਣਾ ਅੱਜ ਕੀ ਲਿਖਿਆ। ਸੋ ਉਹ ਲਗਾਤਾਰ ਮੈਨੂੰ ਜਿਵੇਂ ਕਹਿ ਲਓ ਕਿ ਲਿਓ ਉਤਰੀ ਗੱਡੀ ਨੂੰ ਉਹਨਾਂ ਨੇ ਚੜਾਇਆ ਕਿ ਲਿਖ, ਆਪ ਨਹੀਂ ਸੀ ਠੀਕ ਕਰਦੇ, ਤੂੰ ਹੀ ਠੀਕ ਕਰ, ਇਹਨੂੰ ਆਪ ਕਰ, ਕਿਉਂਕਿ ਜਿਹੜਾ ਕਿਸੇ ਹੋਰ ਵੱਲੋਂ ਰੱਖੀ ਪੌੜੀ ਤੇ ਚੜੇਗਾ ਨਾ ਉਸ ਹਮੇਸ਼ਾ ਲਈ ਨਹੀਂ ਅਗਾਂਹ ਜਾ ਸਕਦਾ, ਉਹ ਡਿੱਗੇਗਾ। ਜੀ, ਜੇ ਤੂੰ ਆਪ ਡਿੱਗ ਡਿੱਗ ਕੇ ਚੜੇਂਗੀ ਫਿਰ ਠੀਕ ਸਹੇਂਗੀ। ਸੋ ਇਹ ਸੀ ਉਹਨਾਂ ਦਾ ਢੰਗ ਸਿਖਾਉਣ ਦਾ। ਤੇ ਆਖਰੀ ਜਦੋਂ ਉਹਨਾਂ ਸਾਹ ਲਿਆ, ਮੈਂ ਲਾਹੌਰ ਸਾਂ ਪਿੱਛੋਂ ਤੁਰ ਗਏ, ਪਰ ਉਹ ਮੇਰੇ ਲਈ ਲਿਖਦੇ ਲਿਖਦੇ ਅਖੀਰੀ ਵੀ ਸਾਹ ਉਹਨਾਂ ਨੇ ਸਾਈਨ ਕਰਕੇ ਅਖੀਰੀ ਕਿਤਾਬ ਪੂਰੀ ਕਰਕੇ ਗਏ ਸਨ। ਉਹ ਪੈਨ ਛੱਡਣ ਤੋਂ ਪਹਿਲਾਂ ਕਹਿ ਗਏ ਇਹ ਹਰਸ਼ ਨੂੰ ਦੇ ਦੇਣਾ। ਸੋ ਉਹ ਮੈਂ ਜਾਰੀ ਰੱਖਦੀ ਹਾਂ। ਹੁਣ ਜਦੋਂ ਕਦੇ ਬਹੁਤ ਜ਼ਿਆਦਾ ਵੀ ਬਿਜ਼ੀ ਹੋ, ਡਿਊਟੀਆਂ ਹੋਣ, ਫਿਰ ਉਹ ਪੈਨ ਮੈਨੂੰ ਰੱਖਿਆ ਸਵੇਰੇ ਦਿਖ ਜਾਂਦਾ ਅੱਜ ਵੀ, ਹਾਲਾਂਕਿ ਉਹਨੂੰ ਕਿੰਨੇ ਵਾਰ ਸਿੱਕੇ ਭਰਤੇ, ਹੁਣ ਮੈਂ ਉਹਨੂੰ ਵੈਸੇ ਹੀ ਰੱਖ ਲਿਆ ਕਿ ਤੂੰ ਸੰਭਲਿਆ ਰਹਿ, ਮੈਨੂੰ ਵਾਰਨਿੰਗ ਦੇਣ ਲਈ ਕਿ ਅੱਜ ਫੇਰ ਲਿਖਣਾ। ਬਿਲਕੁਲ। ਡਾਕਟਰ ਹਰਸ਼ਿੰਦਰ ਕੌਰ ਦਾ ਇਹ ਰੂਪ ਸ਼ਾਇਦ ਲੋਕਾਂ ਨੇ ਵੀ ਪਹਿਲੀ ਵਾਰ ਦੇਖਣਾ ਹੈ। ਜਿਹੜਾ ਤੁਹਾਡਾ ਬੱਚਿਆਂ ਦੇ ਨਾਲ ਕਨੈਕਸ਼ਨ ਹੈਗਾ ਐਜ਼ ਅ ਡਾਕਟਰ,
ਤੁਸੀਂ ਕਿਸ ਤਰੀਕੇ ਦੇ ਨਾਲ, ਕਿਉਂਕਿ ਬਹੁਤ ਹੀ ਬੱਚੇ ਇੰਨੀ ਛੋਟੀ ਉਮਰ ਦੇ ਵੀ ਹੁੰਦੇ ਆ, ਇੱਕ ਡਾਕਟਰ ਨੂੰ ਵੀ ਜਾਣਨਾ ਚਾਹੁੰਦੇ ਹਾਂ ਅਸੀਂ ਕਿਵੇਂ ਬੱਚਿਆਂ ਦੇ ਨਾਲ ਆਪਣੀ ਤਾਲਮੇਲ ਬਿਠਾਉਂਦੇ ਹੋ, ਕਿਉਂਕਿ ਕਈ ਬੱਚੇ ਆਪਣਾ ਬੋਲ ਕੇ ਨਹੀਂ ਦੱਸ ਸਕਦੇ। ਜਦੋਂ ਆਉਂਦੇ ਇਲਾਜ ਕਰਵਾਉਣ ਤੇ ਜੋ ਦੱਸਦੇ ਵੀ ਹੈਗੇ ਆ ਤਾਂ ਉਹ ਬਹੁਤ ਔਖਾ ਹੁੰਦਾ ਉਹਨਾਂ ਲਈ ਐਕਸਪਲੇਨ ਕਰਨਾ। ਜੇ ਮੇਰੇ ਪੇਟ 'ਚ ਦਰਦ ਹੋ ਰਿਹਾ, ਮੈਂ ਕਹਿ ਸਕਦੀ ਹਾਂ ਮੇਰੇ ਖੱਬੇ ਹੋ ਰਿਹਾ, ਸੱਜੇ ਹੋ ਰਿਹਾ, ਸ਼ਾਇਦ ਮੇਰੇ ਵਿੱਚ ਇੱਥੇ ਹੋ ਰਿਹਾ, ਸ਼ਾਇਦ ਮੈਨੂੰ ਇੱਦਾਂ ਦੀ ਫੀਲਿੰਗ ਆ ਰਹੀ ਹੈ ਕਿ ਤਿੱਖਾ ਤਿੱਖਾ ਲੱਗ ਰਿਹਾ ਕਿ ਜਿਵੇਂ ਸਟੋਨ ਮੇਰੇ ਹੋ ਰਿਹਾ ਹੋਵੇ, ਪਰ ਬੱਚਾ ਇੱਦਾਂ ਦੀ ਚੀਜ਼ਾਂ ਨਹੀਂ ਦੱਸ ਸਕਦਾ। ਚਾਈਲਡ ਸਾਈਕੋਲੋਜੀ ਜਿਹੜੀ ਹੈਗੀ ਹੈ ਉਹ ਵੀ ਡਾਕਟਰ ਜਿਹੜੇ ਪੈਡੀਆਟ੍ਰਿਕ ਹੁੰਦੇ ਆ ਉਹਨਾਂ ਨੂੰ, ਪੈਡੀਆਟ੍ਰੀਸ਼ੀਅਨਸ ਨੂੰ ਜ਼ਰੂਰੀ ਹੁੰਦਾ ਉਸ ਚੀਜ਼ ਨੂੰ ਕਰਨਾ। ਉਸ ਦੇ ਨਾਲ ਤੁਹਾਡਾ ਕੀ ਮਤਲਬ ਕੀ ਉਹਦੇ ਬਾਰੇ ਤੁਹਾਡਾ ਹੈਗਾ, ਐਕਸਪਲੇਨ ਕਰੋ। ਦਰਅਸਲ ਬੱਚਾ ਬੋਲਦਾ ਨਹੀਂ, ਪਰ ਉਹਦੀਆਂ ਅੱਖਾਂ, ਉਹਦੀ ਬਹੁਤ ਕੁਝ ਹਰਕਤਾਂ, ਉਹਦਾ ਸਰੀਰ ਬਹੁਤ ਕੁਝ ਦੱਸਦਾ ਜੀ। ਹੁਣ ਤਾਂ ਜਿਵੇਂ ਕਹਿ ਲਓ ਕਿ ਐਕਸਪੀਰੀਅੰਸ ਇੰਨਾ ਕੁ ਹੋ ਜਾਂਦਾ ਕਿ ਬੱਚਾ ਸੱਚ ਵੀ ਬੋਲ ਰਿਹਾ ਜਾਂ ਝੂਠ ਬੋਲ ਰਿਹਾ, ਅੱਜ ਵਾਕਈ ਤਕਲੀਫ 'ਚ ਹੈ। ਫਿਰ ਜਿਸ ਤਰੀਕੇ ਉਹਨੂੰ ਗੱਲ ਕਰੋ, ਉਹਨੂੰ ਪਿਆਰ ਨਾਲ ਸਹਿਲਾਓ, ਉਹਦੀਆਂ ਅੱਖਾਂ ਬਹੁਤ ਕੁਝ ਦੱਸ ਦਿੰਦੀਆਂ। ਸੋ ਉਹਨਾਂ ਚੀਜ਼ਾਂ ਤੋਂ ਲੱਭ ਕੇ ਫਿਰ ਇਲਾਜ ਕਰੀਦਾ ਜੀ। ਉਹਦੇ ਨਾਲ ਅਸਲ 'ਚ ਹੁੰਦਾ ਇਹ ਹੈ ਕਿ ਜਦੋਂ ਤੁਸੀਂ ਠੀਕ ਡਾਇਗਨੋਸਿਸ ਕਰ ਲਵੋ, ਉਦੋਂ ਜਦੋਂ ਬੱਚੇ ਨੂੰ ਤੁਸੀਂ ਇਲਾਜ ਸਹੀ ਜਾ ਰਿਹਾ ਹੋਏ, ਉਹਦੀ ਮੁਸਕਾਨ ਤੁਹਾਨੂੰ ਦੱਸ ਦਿੰਦੀ ਹੈ ਮੈਂ ਠੀਕ ਹੋ ਰਿਹਾ। ਇਹ ਸੱਚਮੁੱਚ ਹੋਰ ਕਿਸੇ ਵੀ ਪੇਸ਼ੇ 'ਚ ਨਹੀਂ ਮਿਲ ਸਕਦਾ ਜੀ। ਜਿੱਥੇ ਛੋਟੇ ਬੱਚਿਆਂ ਦੀ ਤੁਹਾਨੂੰ ਮੁਸਕਾਨ ਦੱਸਦੀ ਹੈ ਉਹ ਠੀਕ ਹੋ ਗਏ ਨੇ, ਉਹ ਸ਼ਿਕਾਇਤ ਨਹੀਂ ਕਰਦੇ, ਦਿਲ ਨੂੰ ਬੜੀ ਤਸੱਲੀ ਹੁੰਦੀ ਜੇ ਬਹੁਤ ਤੁਸੀਂ ਕਿਸੇ ਨੂੰ ਠੀਕ ਕਰਕੇ ਕਿਸੇ ਦੀ ਜ਼ਿੰਦਗੀ ਬਚਾ ਸਕੇ। ਉੱਥੇ ਅੱਜ ਕੱਲ੍ਹ ਦੇ ਸਮੇਂ ਵਿੱਚ ਜਦੋਂ ਤੁਸੀਂ ਅਡੋਲਸੈਂਟ ਬੱਚੇ ਨੂੰ ਡੀਲ ਕਰਦੇ ਹੋ, ਓਨਾ ਹੀ ਔਖਾ ਹੁੰਦਾ ਜੇ। ਬਹੁਤ ਵਾਰ ਤੁਹਾਨੂੰ ਪਤਾ ਹੁੰਦਾ ਜੇ ਕਿ ਇਹਨੂੰ ਦਵਾਈਆਂ ਦੀ ਲੋੜ ਨਹੀਂ ਹੈ, ਮਾਨਸਿਕ ਤਣਾਅ ਹੈ, ਜਾਂ ਉਹਨੂੰ ਸ਼ਾਇਦ ਕਿਸੇ ਤੋਂ ਕੁਛ ਕਿਸੇ ਨੇ ਕਹਿ ਦਿੱਤਾ, ਬੁਲਿੰਗ ਬਹੁਤ ਕਾਮਨ ਹੈ। ਸੋ ਉਸ ਪੱਖੋਂ ਜਾਂ ਕੋਈ ਡਰੱਗ ਅਡਿਕਟ ਹੈ, ਉਸ ਪੱਖੋਂ ਤੁਸੀਂ ਜਦੋਂ ਉਹਨੂੰ ਸਮਝਾਉਂਦੇ ਹੋ ਕਿ ਬਈ ਮਾਪਿਆਂ ਨੂੰ ਦੱਸਣਾ ਕਿ ਇਹਦੇ ਲਈ ਕਸਰਤ ਜ਼ਰੂਰੀ ਜੇ, ਇਹਨੂੰ ਨਿਰਾ ਪੜ੍ਹਾਈ ਦੇ ਜ਼ੋਰ ਨਾ ਪਾਓ, ਜਾਂ ਇਹਦਾ ਸ਼ੌਕ ਸ਼ਾਇਦ ਪੇਂਟਰ ਬਣਨ ਨੂੰ ਹੈ ਜਾਂ ਕੁਛ ਹੋਰ, ਵੀ ਤੁਸੀਂ ਕਿਉਂ ਧੱਕੇ ਨਾਲ ਡਾਕਟਰ ਬਣਾ ਰਹੇ ਹੋ, ਉਹ ਸਭ ਤੋਂ ਟਫ ਲੱਗਦਾ ਜੇ ਇਸ ਵੇਲੇ। ਕਿਉਂਕਿ ਮਾਪੇ ਆਪਣੀ ਸੋਚ 'ਤੇ ਅੜੇ ਕਿ ਨਹੀਂ ਜੀ ਅਸੀਂ ਆਪਣੇ ਹਿਸਾਬ ਨਾਲ ਬੱਚੇ ਨੂੰ ਤੋਰਨਾ, ਬੱਚਾ ਆਪਣੀ ਜ਼ਿੱਦ ਪੁਗਾਉਣ ਨੂੰ ਤਿਆਰ ਕਿ ਮੈਂ ਇਹ ਕਰਨਾ। ਅਤੇ ਜਦੋਂ ਤੁਸੀਂ ਕਹੋ ਵੀ ਹਾਂਜੀ ਭਾਈ ਇਹਨੂੰ ਦਵਾਈਆਂ ਦੀ ਲੋੜ ਨਹੀਂ, ਕਸਰਤ ਕਰਾਓ, ਫਲ ਸਬਜ਼ੀਆਂ ਖਵਾਓ, ਅਗਲਾ ਕਹਿੰਦਾ ਇਹ ਤਾਂ ਕਮਲਾ ਡਾਕਟਰ ਬਦਲਦਾ। ਵੈਸੇ ਮੈਨੂੰ ਇੱਕ ਗੱਲ ਯਾਦ ਆਈ ਕਿ ਅੱਜ ਕੱਲ੍ਹ ਪਹਿਲੇ ਵੀ ਹੁੰਦਾ ਸੀਗਾ ਗੈਪ, ਜਿਹਨੂੰ ਆਪਾਂ ਕਹਿੰਦੇ ਨਾ 2 ਪੀੜ੍ਹੀਆਂ ਦੇ ਵਿੱਚ ਗੈਪ ਹੁੰਦਾ ਸੀਗਾ, ਜਨਰੇਸ਼ਨ ਗੈਪ ਵਰਡ ਯੂਜ਼ ਕੀਤਾ ਜਾਂਦਾ। ਪਰ ਜੇ ਅੱਜ ਕੱਲ੍ਹ ਦੀ ਗੱਲ ਕਰੀਏ ਤਾਂ ਅੱਜ ਕੱਲ੍ਹ ਦੀ ਜਿਹੜੀ ਪੀੜ੍ਹੀ ਹੈਗੀ ਉਹ ਕੁਛ ਬਹੁਤ ਹੀ ਡਿਫਰੈਂਟ ਤਰੀਕੇ ਦੀ ਪੀੜ੍ਹੀ ਹੈਗੀ। ਜਿਵੇਂ ਤੁਸੀਂ ਦੇਖਿਆ ਕਿ ਉਹ ਸਾਡੇ ਤੋਂ ਬਹੁਤ ਜ਼ਿਆਦਾ ਅੱਗੇ ਨੇ, ਸਾਡੇ ਜਿਹੜੀ ਅੱਜ ਦੀ ਪੀੜ੍ਹੀ ਹੈਗੀ ਹੈ ਉਹ ਟੈਲੀਫੋਨ ਨੂੰ ਵੀ ਛੱਡ ਕੇ ਮੋਬਾਈਲ ਫੋਨਾਂ ਦੇ ਵਿੱਚ ਉਹਨਾਂ ਨੇ ਜਨਮ ਲਿਆ। ਉਹਨਾਂ ਨੇ ਨੈੱਟ ਦੇਖਿਆ, ਜਿਹਨੂੰ ਆਪਾਂ ਇੰਟਰਨੈਟ ਕਹਿੰਦੇ ਹਾਂ, ਡਿਸਕਨੈਕਟ ਹੋ ਗਏ ਨੇ ਫੈਮਲੀਜ਼ ਦੇ ਨਾਲ, ਸਿੱਧਾ ਇੰਟਰਨੈਟ ਦੇ ਨਾਲ ਚਿਪਕਦੇ ਨੇ। ਔਰ ਉਹ ਗੈਪ ਜਿਹੜਾ ਬਣ ਕੇ ਆ ਰਿਹਾ, ਉਹ ਚੀਜ਼ਾਂ ਜਿਹੜੀਆਂ ਬਣ ਕੇ ਆ ਰਹੀਆਂ, ਜਨਰੇਸ਼ਨ ਗੈਪ ਬਹੁਤ ਜ਼ਿਆਦਾ ਗੁਣਾ ਵੱਧ ਨਹੀਂ ਗਿਆ ਤੁਹਾਨੂੰ ਲੱਗਦਾ? ਅਸਲ ਵਿੱਚ ਜੋ ਚੀਜ਼ ਪਹਿਲਾਂ ਆਪਾਂ ਕਹਿੰਦੇ ਸਾਂ ਵੀ ਇਹ 20 ਸਾਲ ਬਾਅਦ ਫਰਕ ਦਿਸਣਾ ਜੇ ਨਾ, ਸਗੋਂ ਪੁੱਠਾ ਦਿਸ ਰਿਹਾ ਸਾਨੂੰ, ਕਿ ਉਹ ਸਗੋਂ ਇੰਝ ਲੱਗਦਾ ਜਿਵੇਂ ਉਹ 10 ਸਾਲ ਦਾ ਹੀ ਰਹਿ ਗਿਆ। ਕਿਉਂਕਿ ਇਸ ਵੇਲੇ ਜਿਸ ਤਰੀਕੇ ਦੀ ਅਵੇਅਰਨੈਸ ਉਹਨਾਂ 'ਚ ਆਉਣੀ ਸ਼ੁਰੂ ਹੋਈ ਹੈ, ਉਹ ਜਿੰਨੀ ਕੁ ਅਸੀਂ ਦੇਖ ਰਹੇ ਹਾਂ ਕਿ ਦਾਦਾ ਵੀ ਜੇ ਉਹੀ ਵਰਤ ਰਿਹਾ ਮੋਬਾਈਲ ਜਾਂ ਉਸੇ ਤਰ੍ਹਾਂ ਇੰਟਰਨੈਟ ਦੇ ਵਿੱਚ ਉੱਦਾਂ ਹੀ ਦੇਖ ਰਿਹਾ, ਪਿਤਾ ਵੀ ਅਤੇ ਬੱਚਾ ਵੀ। ਸੋ ਉਹ 3 ਪੀੜ੍ਹੀਆਂ ਜਦੋਂ ਇੱਕ ਦੂਜੇ ਨਾਲ ਇੰਟਰੈਕਟ ਕਰਦੀਆਂ ਨੇ, ਉਹ ਹਰ ਇੱਕ ਜਣਾ ਆਪਣੇ ਆਪ ਨੂੰ ਅਗਲੇ ਤੋਂ ਅਗਾਂਹ ਵਧੋ ਹੀ ਦਰਸਾਉਂਦਾ। ਉਹ ਇੰਨਾ ਕੁ ਇੰਟਰਸਟਿੰਗ ਚੀਜ਼ ਕਈ ਵਾਰ ਹੋ ਜਾਂਦੀ ਹੈ ਕਿ ਉਹ ਤੁਸੀਂ ਯਾਨੀ ਦਾਦਾ ਜੀ ਨੂੰ ਵੱਖ ਸਮਝਾਉਣਾ ਹੁੰਦਾ, ਪਾਪਾ ਜੀ ਨੂੰ ਵੱਖ ਸਮਝਾਉਣਾ ਅਤੇ ਬੱਚੇ ਨੂੰ ਵੱਖ ਸਮਝਾਉਣਾ। ਹੁਣ ਉਹ ਦਾਦਾ ਜੀ ਆ ਕੇ ਕਹਿਣਗੇ ਵੀ ਮੇਰੇ ਹਿਸਾਬ ਨਾਲ, ਮੇਰੇ ਉਮਰ ਦੇ ਤਜਰਬੇ ਨਾਲ ਆਹ ਬਿਮਾਰੀ ਜੇ, ਆਹ ਇਲਾਜ ਜੇ, ਯਾਨੀ ਸਾਹਮਣੇ ਤਿੰਨੋਂ ਬੈਠੇ ਨੇ ਪੀੜ੍ਹੀਆਂ। ਉਹ ਪਿਤਾ ਕਹੇਗਾ ਮੈਂ ਇੰਟਰਨੈਟ 'ਤੇ ਦੇਖ ਲਿਆ, ਇਹ ਨਹੀਂ ਜੀ ਆਹ ਬਿਮਾਰੀ ਹੈ, ਉਹਦਾ ਇਲਾਜ ਇਹ ਹੈ। ਹੁਣ ਉਹ ਬੱਚਾ ਦੱਸੇਗਾ ਕਿ ਨਹੀਂ they don't know anything, ਮੈਂ ਆਹ ਦੇਖ ਚੁੱਕਾ, ਇਹ ਤਾਂ ਮੇਰੀ ਆਹ ਵਾਲੀ ਡਿਜ਼ੀਜ਼ ਹੈ and I'll treat it myself, ਲੋੜ ਨਹੀਂ ਹੈ ਮੈਨੂੰ ਡਾਕਟਰ ਦੀ, ਧੱਕੇ ਨਾਲ ਲਿਆਏ ਨੇ। ਯਾਨੀ 3 ਪੀੜ੍ਹੀਆਂ ਨੇ ਜਿਨ੍ਹਾਂ ਨੂੰ ਅਸੀਂ ਪਹਿਲਾਂ ਤਾਂ ਉਹਨਾਂ ਨੂੰ ਟੈਕਲ ਕਰਨਾ, ਉਸ ਤੋਂ ਬਾਅਦ ਇਲਾਜ ਲਿਖਣਾ ਜੇ।
ਨਤੀਜਾ ਖਤਰਨਾਕ ਇਸ ਕਾਰਨ ਹੈ ਕਿ ਸਾਡੇ ਕੋਲ ਜਿਵੇਂ ਰੋਜ਼ ਦਾ ਕੰਮ ਹੈ, ਅਸੀਂ ਜਿਵੇਂ ਹਸਪੀਟਲ, ਤੁਹਾਨੂੰ ਪਤਾ ਸਰਕਾਰੀ 'ਚ ਤਾਂ ਸਭ ਨੇ ਆਉਣਾ ਹੀ ਹੁੰਦਾ, 10-10 15-15 ਡਾਕਟਰਾਂ ਦੀਆਂ ਪਰਚੀਆਂ ਚੁੱਕ ਕੇ ਜਿਸ ਤਰੀਕੇ ਨਾਸ ਵੱਜਦਾ ਫਿਰ, ਕਿਉਂਕਿ ਉਹਨਾਂ ਨੇ ਤਾਂ ਆਪਣਾ ਵੀ ਇਹ ਵੀ ਨਹੀਂ ਜੀ, ਇਹ ਵੀ ਨਹੀਂ, ਅਗਲਾ ਕਿਉਂਕਿ ਡਾਇਗਨੋਸਿਸ ਵੀ ਉਹਨਾਂ ਦਾ ਆਪਣਾ, ਇਲਾਜ ਵੀ ਆਪਣਾ, ਫਿਰ ਭਾਲਦੇ ਵੀ ਇੰਜ ਨੇ ਕਿ ਕੋਈ ਚੁਟਕੀ ਨਾਲ ਜਾਦੂ ਹੋ ਜਾਏ, ਹੁਣੇ ਹੀ ਕੁਝ ਹੋ ਜਾਵੇ, ਜੋ ਕਿ ਸਹਿਜ ਢੰਗ ਨਾਲ ਸਾਡਾ ਦਿਸਦਾ ਹੁੰਦਾ ਕਿ ਇਹ ਚੀਜ਼ ਜੇ ਜ਼ੁਕਾਮ ਹੈ ਭਾਈ ਬਿਨਾਂ ਦਵਾਈ ਦੇ ਹਫਤੇ 'ਚ ਠੀਕ ਹੋ ਜਾਏਗਾ, ਪਰ ਜਬਰੀ ਦਵਾਈ ਲਿਖਾਣੀ ਹੈ ਤੇ ਸ਼ਾਮ ਤੱਕ ਠੀਕ ਨਹੀਂ ਹੋਇਆ ਦੂਜਾ ਡਾਕਟਰ, ਅਗਲੇ ਦਿਨ ਸਵੇਰੇ ਤੀਜਾ, ਸ਼ਾਮ ਨੂੰ ਚੌਥਾ। ਤੁਸੀਂ ਸਮਝੋ ਕਿ ਇੰਨੀਆਂ ਐਂਟੀਬਾਇਓਟਿਕਸ ਦੀ ਇੱਕ ਡੋਜ਼, ਇੰਨੀਆਂ ਓਵਰਡੋਸੇਜ ਜਦੋਂ ਸਭ ਚੀਜ਼ਾਂ ਦੀਆਂ ਹੋ ਜਾਣੀਆਂ, ਕੁਝ ਅੰਡਰ ਡੋਸੇਜ ਕੁਝ ਓਵਰਡੋਸੇਜ, ਉਹ ਅਲਟੀਮੇਟਲੀ ਦਿਖਦਾ ਜੇ 10 ਸਾਲ ਬਾਅਦ, ਜਦੋਂ ਕਦੇ ਗੁਰਦਾ ਜਵਾਬ ਦੇ ਗਿਆ, ਕਦੇ ਜਿਗਰ ਜਵਾਬ ਦੇ ਗਿਆ। ਫਿਰ ਉਸ ਤੋਂ ਉੱਪਰ ਅਜੇ ਨਾਲ ਉਹਨਾਂ ਨੇ ਕੁਝ ਨਾ ਕੁਝ ਹੋਮਿਓਪੈਥੀ ਵੀ ਦੇ ਲਈ, ਕੁਝ ਅਸੀਂ ਆਯੁਰਵੈਦਿਕ ਵੀ ਵਿੱਚ ਹੀ ਦੇ ਲਈ, ਫਿਰ ਕੁਝ ਦਾਦੀ ਨਾਨੀ ਦੇ ਨੁਸਖੇ ਵੀ ਹੋ ਗਏ। ਉਹ ਵਿਚਾਰੇ ਦਾ ਜੋ ਗਲਾ ਖਰਾਬ 7 ਦਿਨ ਤੋਂ ਪਹਿਲਾਂ ਹੀ ਠੀਕ ਸ਼ਾਇਦ ਹੋ ਜਾਂਦਾ, ਉਹ ਕਈ ਵਾਰ 15-15 ਦਿਨ ਜਾਂ 2-2 ਮਹੀਨੇ ਤੱਕ ਖੰਘ ਨਹੀਂ ਜਾਂਦੀ। ਤੁਹਾਡੇ ਦਾਦੀ ਨਾਨੀ ਦੇ ਨੁਸਖਿਆਂ ਤੋਂ ਮੈਨੂੰ ਯਾਦ ਆਇਆ, ਅੱਜ ਕੱਲ੍ਹ ਜਦੋਂ ਅਸੀਂ ਡਾਕਟਰ ਹਰਸ਼ਿੰਦਰ ਕੌਰ ਨੂੰ ਟੀਵੀ 'ਤੇ ਜਾਂ ਕਿਸੇ ਵੀ ਤਰੀਕੇ ਦੇ ਕਿਸੇ ਪ੍ਰੋਗਰਾਮ ਦੇ ਵਿੱਚ ਦੇਖਦੇ ਹਾਂ ਤਾਂ ਅੱਜ ਕੱਲ੍ਹ ਉਹ ਚੁਲਾਈ ਖਾਣ ਦੀਆਂ ਗੱਲਾਂ ਕਰਦੇ ਆ, ਬਿਲਕੁਲ, ਉਹ ਬਾਥੂ ਦੀਆਂ ਗੱਲਾਂ ਕਰਦੇ ਆ, ਅਲਸੀ ਦੀਆਂ ਗੱਲਾਂ ਕਰਦੇ ਆ ਜੀ। ਜਿੱਥੋਂ ਤੱਕ ਗੱਲ ਕਰੀਏ ਇੱਕ ਚਾਈਲਡ ਸਪੈਸ਼ਲਿਸਟ ਔਰ ਉਹਦੇ ਬਾਅਦ MBBS, ਜਿਹਨੂੰ ਆਪਾਂ ਕਹਿੰਦੇ ਐਲੋਪੈਥ, ਜਿਹੜੀ ਇੱਕ ਪੱਧਤੀ ਹੈਗੀ ਹੈ, ਉਸ 'ਤੇ ਪੂਰੀ ਤਰੀਕੇ ਦੇ ਨਾਲ ਪੜ੍ਹਾਈ ਕਰਕੇ ਉਸ ਦੀ ਬਹੁਤ ਲੰਮੀ ਚੌੜੀ ਜਿਹੜੀ ਸੇਵਾ ਨਿਭਾ ਰਹੇ ਹੋ ਤੁਸੀਂ। ਉਸ ਦੇ ਬਾਅਦ ਬਾਥੂ ਅਤੇ ਪਾਲਕ ਅਤੇ ਅਲਸੀ ਅਤੇ ਕੁਲਥ ਦੀ ਦਾਲ ਕਿੱਥੋਂ ਆ ਜਾਂਦੀ ਹੈ? ਹਾਂ ਦੇਖੋ, ਇਹ ਰਿਸਰਚ ਬੇਸਡ ਅਸੀਂ, ਕਿਉਂਕਿ ਸਾਡਾ ਪੇਸ਼ਾ ਜਿਵੇਂ ਦਾ, ਜਾਂ ਮੇਰਾ ਜੋ ਪੇਸ਼ਾ ਖਾਸ ਤੌਰ 'ਤੇ ਇਹ ਖੋਜਾਂ ਦੇ ਉੱਤੇ ਆਧਾਰਿਤ, ਸੋ ਅਸੀਂ ਕੁਝ ਤੱਥ ਜਦੋਂ ਦੇਖਦੇ ਹਾਂ ਕਿ ਹਾਂਜੀ ਅੱਜ ਦਵਾਈ ਬਣਨ ਲੱਗ ਗਈ ਹੈ ਜਿਹੜੀ ਬਾਥੂ ਤੋਂ ਨਾਲ ਦੇਣੀ ਸ਼ੁਰੂ ਇਹਨਾਂ ਨੇ ਕਰ ਦਿੱਤੀ ਹੈ ਕਿ ਉਹ ਕੰਪਨੀ ਵਾਲੇ ਮਹਿੰਗੀ ਬਣਾ ਕੇ ਫਿਰ ਦੇਣ ਤੇ ਫਿਰ ਉਹ ਇਲਾਜ ਹੋਵੇ, ਜਾਂ ਹੁਣ ਕੁਝ ਕੈਂਸਰ ਦੀਆਂ ਦਵਾਈਆਂ ਦੇ ਨਾਲ ਵੀ ਉਹਨਾਂ ਨੇ ਇਹ ਨਾਲ ਡੋਜ਼ ਇਹਦੀ ਬਣਾ ਕੇ ਦੇਣੀ ਸ਼ੁਰੂ ਕਰ ਦਿੱਤੀ, ਜਿਸ 'ਚ ਉਹਨਾਂ ਨੇ ਸਟੱਡੀਜ਼ ਦੱਸਦੀਆਂ ਨੇ ਕਿ ਕੈਂਸਰ ਦੇ ਸੈੱਲ ਘੱਟ ਵੱਧ ਰਹੇ ਨੇ ਜਾਂ ਘੱਟ ਫੈਲ ਰਹੇ ਨੇ। ਤਾਂ ਫਿਰ ਉਹ ਚੀਜ਼ਾਂ ਦੀ ਜਦੋਂ ਖੋਜ ਹੋ ਜਾਂਦੀ ਹੈ ਕਿ ਕਈ ਮਰੀਜ਼ਾਂ ਉੱਤੇ ਇਹਨੂੰ ਅਜ਼ਮਾਇਆ ਗਿਆ, ਇਹ ਫਾਇਦੇ ਦੇਖੇ ਗਏ, ਉਹ ਚੀਜ਼ਾਂ ਨੂੰ ਫਿਰ ਮੈਨੂੰ ਹੁੰਦਾ ਕਿ ਕਿਉਂ ਨਾ ਸਾਡੇ ਆਪਣੇ ਪੰਜਾਬੀ ਜਿਹੜੇ ਇਹਨਾਂ ਖੋਜਾਂ ਤੱਕ ਨਹੀਂ ਜਾ ਸਕਦੇ, ਮੈਂ ਉਹਨਾਂ ਨੂੰ ਕੋਸ਼ਿਸ਼ ਕਰ ਸੇ ਵੇਖਾਂ ਕਿ ਦਾਦੀਆਂ ਨਾਨੀਆਂ ਦੀ ਕਈ ਗੱਲ ਤਾਂ ਅਸੀਂ ਸੁਣਦੇ ਨਹੀਂ, ਉਹ ਨੁਸਖੇ ਸਾਨੂੰ ਚੰਗੇ ਨਹੀਂ ਲੱਗਦੇ, ਪਰ ਜਦੋਂ ਮੈਂ ਦੱਸਾਂਗੀ ਵੀ ਉਹਨਾਂ ਨੇ 10,000 ਲੋਕਾਂ ਤੇ ਅਜ਼ਮਾਇਆ ਤੇ ਠੀਕ ਦੇਖਿਆ, 20,000 ਤੇ ਦੱਸਿਆ ਤੇ ਠੀਕ ਦੇਖਿਆ, ਤੇ ਫਿਰ ਭਾਈ ਤੁਸੀਂ ਹੁਣ ਅਜ਼ਮਾ ਕੇ ਆਪਣੇ ਤੇ ਦੇਖ ਲਓ, ਅਜ਼ਮਾ ਕੇ ਦੇਖ ਲਓ ਕਿ ਕਮਰ ਕਸ, ਗੋਂਦਾਂ ਤੇ ਮਿਸ਼ਰੀਆਂ ਕੰਮ ਕਰਦੀਆਂ ਨੇ। ਦੇਖੋ ਨਾ ਜੀ, ਰਾਗੀ ਨਾਲ ਮੈਨੂੰ ਤਾਂ ਹੁਣ ਸਾਰੇ ਕਹਿੰਦੇ ਜੀ ਰਾਗੀ ਦਾ ਆਟਾ ਖਾਇਆ ਤੇ ਸਾਡੇ ਜੀ ਸ਼ੂਗਰ ਵੀ ਕੰਟਰੋਲ 'ਚ ਹੋ ਗਈ, ਬਲੱਡ ਪ੍ਰੈਸ਼ਰ ਵੀ ਕੰਟਰੋਲ ਹੋ ਗਈ ਜੀ, ਜੋੜਾ ਠੀਕ ਹੋ ਗਿਆ, ਅਸੀਂ ਦੌੜਨ ਲੱਗ ਗਏ ਆ। ਬਿਲਕੁਲ ਬਿਲਕੁਲ। ਤੇ ਫਿਰ ਮੈਨੂੰ ਤੇ ਬਹੁਤ ਖੁਸ਼ੀ ਮਿਲਦੀ ਜੇ, ਚਲੋ ਜੀ ਲੋਕ ਕਹਿੰਦੇ ਨੇ ਇੱਕ ਜਾਨ ਬਚਾ ਲਈ ਤੇ ਖੁਸ਼ੀ ਹੁੰਦੀ ਹੈ। ਤੇ ਜਦੋਂ ਇਹੋ ਜਿਹੇ ਮੈਨੂੰ 100 ਫੋਨ ਆ ਜਾਣ ਜੀ ਅਸੀਂ ਵੀ ਠੀਕ ਹੋਏ ਖਾ ਕੇ, ਸਾਡਾ ਖਰਚਾ ਵੀ ਬਚ ਗਿਆ, ਅਸੀਂ ਪਹਿਲਾਂ ਨਾਲੋਂ ਤੰਦਰੁਸਤ ਹਾਂ, ਤੇ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ। ਡਾਕਟਰ ਹਰਸ਼ਿੰਦਰ ਕੌਰ, ਤੁਹਾਡੇ ਕਾਫੀ ਰੂਪ ਅਸੀਂ ਦੇਖ ਰਹੇ ਹਾਂ, ਜਿਸ ਤਰੀਕੇ ਦੇ ਨਾਲ ਤੁਸੀਂ ਲਾਈਫ ਨੂੰ ਬਹੁਤ ਵਾਈਡਲੀ ਜਿਹੜਾ ਹੈਗਾ ਉਹਨੂੰ ਜੀਆ ਵੀ ਹੈਗਾ ਔਰ ਜੀ ਵੀ ਰਹੇ ਹੋ। ਫੈਮਿਲੀ ਦਾ ਕਿੰਨਾ ਕੁ ਸਹਿਯੋਗ ਰਿਹਾ, ਕਿਉਂਕਿ ਡਾਕਟਰ ਦੀ ਜ਼ਿੰਦਗੀ ਪਹਿਲੇ ਹੀ ਬਹੁਤ ਜ਼ਿਆਦਾ ਬਿਜ਼ੀ ਹੁੰਦੀ ਹੈ, ਉਹਦੇ ਨਾਲ ਤੁਸੀਂ ਜਿਸ ਤਰੀਕੇ ਦੇ ਸਮਾਜਿਕ ਕੰਮਕਾਜ ਜਿਹੜੇ ਉਹ ਉਲੀਕੇ ਆਪਣੀ ਲਾਈਫ ਦੇ ਵਿੱਚ, 2 ਬੱਚਿਆਂ ਦੀ ਮਾਂ ਹੋ ਤੁਸੀਂ, ਇੱਕ ਬੇਟੀ ਇੱਕ ਬੇਟਾ, ਤੇ ਡੈਫੀਨੇਟਲੀ ਚਾਹੇ ਉਹ ਵੱਡੇ ਹੋ ਗਏ ਨੇ ਹੁਣ, ਪਰ ਉਸ ਦੇ ਨਾਲ ਨਾਲ ਹੀ ਫਿਰ ਤੁਹਾਡਾ ਖਾਸ ਕਰਕੇ ਇੰਟਰਵਿਊਜ਼ ਜਾਣਾ, ਸ਼ੋਜ਼ ਜਾਣਾ, ਤੇ ਤੁਹਾਡੇ ਜੀਵਨ ਸਾਥੀ ਜਿਹੜੇ ਨੇ ਉਹਨਾਂ ਦਾ, ਇਹਨਾਂ ਸਾਰਿਆਂ ਦਾ ਤਾਲਮੇਲ ਤੇ ਸਹਿਯੋਗ ਕਿੰਨਾ ਕੁ ਰਿਹਾ? ਮੈਂ ਬਹੁਤ ਕਿਸਮਤ ਵਾਲੀ ਸਮਝਦੀ ਹਾਂ ਕਿ ਮੇਰੇ ਪਤੀ ਡਾਕਟਰ ਗੁਰਪਾਲ ਸਿੰਘ, ਮੇਰਾ ਖਿਆਲ ਹੈ ਕੋਈ ਮੌਕਾ ਨਹੀਂ ਹੋਣਾ ਜਦੋਂ ਮੇਰੇ ਨਾਲ ਚਟਾਨ ਵਾਂਗ ਡਟ ਕੇ ਨਹੀਂ ਖੜੇ ਰਹੇ। ਮੇਰੇ ਬੱਚੇ ਛੋਟੇ ਹੁੰਦਿਆਂ, ਕਿਉਂਕਿ ਅਸੀਂ ਪਿੰਡਾਂ 'ਚ ਫ੍ਰੀ ਮੈਡੀਕਲ ਕੈਂਪ ਲਾਉਂਦੇ ਸਾਂ, ਜਿਵੇਂ ਮੈਂ ਦੱਸਿਆ ਲੈਕਚਰ ਦੇਣ ਜਾਣੇ ਅਸੀਂ ਕਿ ਤੀਆਂ ਨਾ ਮਾਰੋ, ਕੀ ਹੁੰਦਾ ਐਕਸ ਕੀ ਵਾਈ, ਧਾਗਿਆਂ ਨਾਲ ਸਮਝਾਉਣਾ ਪਿੰਡਾਂ 'ਚ, ਭਾਵੇਂ ਦੁਪਹਿਰ ਹੋਏ ਜਾਂ ਰਾਤ ਹੋਏ ਅਸੀਂ ਲੱਗੇ ਰਹਿਣਾ। ਉਹਦੇ ਵਿੱਚ ਮੇਰੇ ਬੱਚੇ, ਤੁਸੀਂ ਹੁਣ ਘਰੋਂ ਬਾਹਰ ਤੁਸੀਂ ਪੌੜੀਆਂ ਦੇਖੀਆਂ ਹੋਣੀਆਂ, ਲੇਟ ਕਈ ਵਾਰ ਅਸੀਂ ਹੋ ਜਾਣਾ
ਤੇ ਉਹਨਾਂ ਨੇ ਸਕੂਲੋਂ ਆ ਕੇ ਪੌੜੀਆਂ ਤੇ ਇੰਜ ਕਰਕੇ ਬੈਠੇ ਹੋਣਾ ਤੇ ਮੈਨੂੰ ਉਹ ਲਾਂਭਾ ਕਦੇ ਭੁੱਲਦਾ ਨਹੀਂ। ਸਾਡੀ ਸਭ ਤੋਂ ਗੰਦੀ ਮੰਮੀ ਹੈ, ਇਹ ਹੋਰਨਾਂ ਦੀ ਧੀਆਂ ਦੀ ਮੰਮੀ ਬਣ ਜਾਂਦੀ ਹੈ, ਸਾਡੀ ਮੰਮੀ ਕੌਣ ਬਣੇਗਾ। ਸੋ ਉਹ ਦਰਦ ਮੇਰਾ ਖਿਆਲ ਇੱਕ ਮਾਂ ਹੀ ਸਮਝ ਸਕਦੀ ਹੈ ਜੇ ਕੋਈ ਸੁਣੇ ਕਿ ਇਦਾਂ ਦਾ ਉਹ ਲਾਂਭਾ। ਉਦੋਂ ਉਹਨਾਂ ਨੇ ਕਹਿਣਾ ਬਹੁਤ ਗੰਦੀ ਮੰਮੀ ਹੈ। ਅੱਜ ਹੁਣ ਜਦੋਂ ਆਪ ਡਾਕਟਰ ਉਹ ਬਣ ਗਈ ਹੈ, ਹੁਣ ਉਹ ਹਮੇਸ਼ਾ ਕਹਿ ਦਿੰਦੀ ਹੈ ਮੰਮਾ ਮੈਨੂੰ ਫਖਰ ਹੈ ਮੈਂ ਤੁਹਾਡੀ ਬੇਟੀ ਹਾਂ। ਸੋ ਮੈਨੂੰ ਵੀ ਲੱਗਦਾ ਸੀ ਵਕਤ ਨਾਲ ਸ਼ਾਇਦ ਇਹ ਸਮਝ ਸਕੇ ਕਿ ਜੋ ਕੰਮ ਮੈਂ ਛੇੜਿਆ ਉਹਦੇ 'ਚ ਮੈਂ ਉਹਨਾਂ ਦਾ ਬਚਪਨ ਜ਼ਰੂਰ ਥੋੜਾ ਜਿਹਾ ਖੋਹ ਲਿਆ, ਪਰ ਜੇ ਉਹ ਕਿਸੇ ਹੋਰ ਦੇ ਕੰਮ ਆ ਸਕਿਆ ਉਹ ਸਮਾਂ ਤੇ ਬਹੁਤ ਅੱਛੀ ਗੱਲ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ, ਅੱਜ ਤੁਸੀਂ ਸਾਡੇ ਨਾਲ ਆਏ। ਮੈਂ ਕਹਿ ਸਕਦੀ ਹਾਂ ਕਿ ਸ਼ਿਵ ਕੁਮਾਰ ਬਟਾਲਵੀ ਦੀ ਤੁਸੀਂ ਗੱਲ ਕੀਤੀ ਹੈ, ਉਹਨਾਂ ਦਾ ਇੱਥੇ ਜ਼ਿਕਰ ਅੱਜ ਇੱਕ ਵਾਰ ਫੇਰ ਹੋਇਆ। ਬਹੁਤ ਹੀ ਜ਼ਿਆਦਾ ਬਲਰਾਜ ਸਾਨੀ ਜੀ ਨੇ ਵੀ ਮੈਂ ਗੋਦੀ 'ਚ ਚੁੱਕਿਆ। ਬਿਲਕੁਲ ਪਰ ਸ਼ਿਵ ਕੁਮਾਰ ਬਟਾਲਵੀ ਦੀ ਇੱਕ ਨਜ਼ਮ ਗਜ਼ਲ ਹੈਗੀ ਹੈ ਜਿਸ 'ਚੋਂ ਕਹਿੰਦੇ ਆ ਕਿ ਇੱਕ ਕੁੜੀ ਜਿਹਦਾ ਨਾਮ ਮੁਹੱਬਤ ਗੁੰਮ ਹੈ ਗੁੰਮ ਹੈ ਗੁੰਮ ਹੈ, ਪਰ ਅਸੀਂ ਅੱਜ ਹਰਸ਼ਿੰਦਰ ਕੌਰ ਨੂੰ ਲੱਭ ਲਿਆ। ਬਹੁਤ ਬਹੁਤ ਧੰਨਵਾਦ, ਬਹੁਤ ਸ਼ੁਕਰੀਆ ਜੀ, ਥੈਂਕ ਯੂ। ਇਹ ਸਾਡੇ ਨਾਲ ਸੀਗੇ ਅੱਜ ਡਾਕਟਰ ਹਰਸ਼ਿੰਦਰ ਕੌਰ। ਤੁਸੀਂ ਇਹਨਾਂ ਨੂੰ ਇੱਕ ਵਿਚਾਰਕ ਦੇ ਤੌਰ ਤੇ, ਇੱਕ ਬੁਲਾਰੇ ਦੇ ਤੌਰ ਤੇ ਸਖਤ ਕਈ ਵਾਰੀ ਬਿਆਨ ਹੋ ਜਾਂਦੇ ਹੈ, ਸਖਤ ਜਿਹੜੇ ਸਬਜੈਕਟਸ ਹੁੰਦੇ ਵਿਸ਼ੇ ਉਹਨਾਂ 'ਤੇ ਗੱਲਬਾਤ ਕਰਦੇ ਆ, ਪਰ ਅੱਜ ਅਸੀਂ ਇਹਨਾਂ 'ਚੋਂ ਮਲੂਕ ਜਿਹੀ ਇੱਕ ਇਨਸਾਨ ਤੇ ਇੱਕ ਮਲੂਕ ਜਿਹੀ ਡਾਕਟਰ ਤੇ ਨਾਲੇ ਇੱਕ ਉਹ ਔਰਤ ਕੱਢੀ ਹੈ, ਇੱਕ ਮਾਂ ਕੱਢੀ ਹੈ, ਔਰ ਸ਼ਾਇਦ ਕਿਤੇ ਨਾ ਕਿਤੇ ਸੁਰ ਤਾਲ ਦੇ ਨਾਲ ਫਿਰ ਦੁਬਾਰਾ ਕਹੂੰਗੀ ਇੱਕ ਕੁੜੀ ਜਿਹਦਾ ਨਾਮ ਮੁਹੱਬਤ ਗੁੰਮ ਨਹੀਂ ਹੈ, ਅਸੀਂ ਲੱਭ ਲਈ ਹੈ। ਡਾਕਟਰ ਹਰਸ਼ਿੰਦਰ ਕੌਰ ਅੱਜ ਸਾਡੇ ਨਾਲ ਸੀਗੇ। ਮੇਰੇ ਨਾਲ ਮੇਰੀ ਕੈਮਰਾ ਟੀਮ ਤੇ ਨੇ, ਅੱਜ ਕੈਮਰਾ ਟੀਮ ਤੇ ਦੋ ਨੇ ਮੇਰੇ ਨਾਲ, ਮੇਰੇ ਕੈਮਰਾ ਪਰਸਨ, ਇੱਕ ਤਾਂ ਸ਼ੰਕਰ ਨੇ, ਦੂਸਰੇ ਹਮੇਸ਼ਾ ਦੀ ਤਰ੍ਹਾਂ ਸਰਬਜੀਤ ਮੇਰੇ ਨਾਲ ਨੇ। ਸਾਨੂੰ ਦੋਨਾਂ ਨੂੰ ਦਿਓ ਇਜਾਜ਼ਤ, ਤਿੰਨਾਂ ਨੂੰ। ਅਗਲੇ ਵਾਰ ਫਿਰ ਮਿਲਾਂਗੇ ਕਿਸੇ ਨਵੀਂ ਜਗ੍ਹਾ, ਕਿਸੇ ਨਵੇਂ ਪ੍ਰੋਗਰਾਮ ਤੇ ਨਵੇਂ ਸ਼ਖਸੀਅਤ ਦੇ ਨਾਲ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ।